दुनिया का पहला ऑपरेशन थिएटर आ फरीदकोट का जिथे शुरू ही वाले पखे ला के डॉक्टर ऑपरेशन करते जद कि मतलब जी गाइडलाइन आ मैडिकल की ਉਹਦੇ ਵਿੱਚ ਤੁਸੀਂ पखा ला ही नहीं सकते थिएटर ਦੇ ਵਿੱਚ। ਜਿਹੜੇ ਲੋਕਾਂ ਨੂੰ VC ਸਾਹਿਬ ਦੀ ਜਾਂ ਮੰਤਰੀ ਸਾਹਿਬ ਦੀ ਪੜ੍ਹਾਈ ਦਾ ਦੁੱਖ ਆ ਮੈਂ ਉਹਨਾਂ ਨੂੰ ਪੁੱਛਣਾ ਚਾਹੁੰਦਾ ਜਿਹੜੇ ਸਾਡੇ ਹਜ਼ਾਰਾਂ ਮਰੀਜ਼ ਮਰ ਗਏ ਜਿਹੜੇ ਅੱਜ ਤੜਫ ਰਹੇ ਨੇ ਉੱਥੇ ਦੁਰਪ੍ਰਬੰਧਾਂ ਕਰਕੇ ਤੇ ਉਹਨਾਂ ਦੀ ਜ਼ਿੰਦਗੀ ਦਾ ਕਿਸੇ ਨੂੰ ਦੁੱਖ ਨਹੀਂ। ਪਹਿਲਾਂ ਲੀਡਰ ਬਿਆਨ ਤੋਂ ਨਹੀਂ ਤੋਂ ਪਹਿਲਾਂ ਮੈਡੀਕਲ ਗੇੜਾ ਤਾਂ ਕੱਢ ਕੇ ਦੇਖ ਜਾਣ। ਇੱਕ ਜੇ VC ਸਾਹਿਬ ਤੇ ਤਰਸ ਤੁਸੀਂ 2 ਮਿੰਟ ਉਸ ਬੈੱਡ ਤੇ ਪੈ ਕੇ ਦੇਖ ਲਓ ਉਸ ਬਾਥਰੂਮ ਦੇ ਵਿੱਚ ਤੁਸੀਂ ਫਲੱਸ਼ ਜਾ ਕੇ ਆਓਗਾ। OP ਸੋਨੀ ਜੀ ਨੇ ਕਮੇਟੀ ਬਣਾਈ ਅੱਜ ਕਾਂਗਰਸੀ ਰਾਜਨੀਤੀ ਕਰ ਰਹੇ ਉੱਥੇ ਬੈਠੇ ਖਹਿਰਾ ਸਾਹਿਬ ਪ੍ਰਗਟ ਸਿੰਘ ਜਾਂ ਡਾਕਟਰ ਧਰਮਵੀਰ ਗਾਂਧੀ ਜਦੋਂ ਸਾਡੇ ਮਰੀਜ਼ ਮਰ ਰਹੇ ਇੱਥੇ ਲੋਕ ਮਰ ਰਹੇ ਜਿਹੜੇ ਇਲਾਕੇ ਦੇ ਮਾਲਵੇ ਦੇ ਉਦੋਂ ਤਾਂ ਇਹਨਾਂ ਨੂੰ ਕਦੇ ਨਹੀਂ ਦੱਸਿਆ ਵੀ ਇੱਥੋਂ ਦੇ ਦੁਰਪ੍ਰਬੰਧ ਆ। VC ਸਾਹਿਬ ਜੇ ਕਾਣੇ ਜਿਨ੍ਹਾਂ ਨੇ ਗੈਰ ਕਾਨੂੰਨੀ ਨਿਯੁਕਤੀਆਂ ਕੀਤੀਆਂ ਉਹ ਉਹਨਾਂ ਦੇ ਅੰਦਰ ਪਾਲਾ ਸਤਾ ਰਿਹਾ ਵੀ ਮੇਰੀ ਕਿਤੇ ਗੈਰ ਕਾਨੂੰਨੀ ਨਿਯੁਕਤੀਆਂ ਦੀ ਕੋਈ ਕਾਰਵਾਈ ਸ਼ੁਰੂ ਨਾ ਹੋ ਜਾਵੇ ਉਹ ਲੰਮਾ ਪੈ ਗਿਆ। ਰਾਜਨੀਤਿਕ ਲੋਕ ਨੇ ਜਾਂ ਅਫਸਰਸ਼ਾਹੀ ਆ ਉਹਨਾਂ ਦੇ ਭਾਰੇ VC ਸਾਹਿਬ ਨਾਲ ਧੱਕਾ ਹੋਇਆ ਕਿਉਂਕਿ ਇਹਨਾਂ ਰਾਜਨੀਤਿਕ ਲੋਕਾਂ ਦੇ ਫੋਨ ਤੇ VC ਸਾਹਿਬ ਕੰਮ ਕਰਦੇ ਆ ਗੈਰ ਕਾਨੂੰਨੀ। ਐਮਰਜੈਂਸੀ ਦੇ ਵਿੱਚ ਟਾਂਕੇ ਲਾਉਣੇ ਆ ਮੋਬਾਈਲ ਜਗਾ ਕੇ ਤਾਂ ਡਾਕਟਰ ਉੱਥੇ ਟਾਂਕੇ ਲਾਉਂਦੇ ਆ। ਐਮਰਜੈਂਸੀ ਦਾ ਬੁਰਾ ਹਾਲ ਆ। ਇਹਨਾਂ ਦੇ ਜਿਹੜੇ ਅਧਿਕਾਰੀ ਅੰਦਰ ਬੈਠੇ ਨੇ ਜਿਹੜੇ ਅੱਜ ਗੁਣਗਾਨ ਗਾ ਰਹੇ VC ਦੇ ਜਾਂ ਲੀਡਰ ਇਹਨਾਂ ਦੇ ਚਹੇਤਿਆਂ ਦੇ ਬੱਚਿਆਂ ਦੀਆਂ ਜਾਲੀ ਇੰਟਰਨਸ਼ਿਪਾਂ ਲੱਗਦੀਆਂ ਜਿਹਦੀ ਇੱਕ ਅਸੀਂ ਮਿਸਾਲ ਫੜੀ ਆ ਇੱਥੋਂ ਦੇ ਕੋਈ ਅਧਿਕਾਰੀ ਦੀ। ਮੈਂ ਖੁੱਲ੍ਹਾ ਸੱਦਾ ਦਿੰਦਾ ਸਾਰੀਆਂ ਰਾਜਨੀਤਿਕ ਪਾਰਟੀਆਂ ਨੂੰ ਜਾਂ ਚੰਡੀਗੜ੍ਹ ਬੈਠੇ ਹੋਏ ਲੋਕਾਂ ਨੂੰ ਜਿਹੜੇ VC ਸਾਹਿਬ ਦੇ ਹੱਕ 'ਚ ਆ ਇੱਕ ਵਾਰੀ ਫਰੀਦਕੋਟ ਆ ਕੇ ਮਾਲਵੇ ਦੇ ਜਿਹੜੇ 25 ਜ਼ਿਲ੍ਹਿਆਂ ਦੇ ਲੋਕ ਇੱਥੇ ਇਲਾਜ ਲਈ ਆਉਂਦੇ ਆ ਉਹਨਾਂ ਦੀ ਦੁੱਖ ਤਕਲੀਫ ਸਮਝੋ। ਇਹ ਮਤਲਬ ਬੰਦੇ ਨੂੰ ਜਮਾਂ ਹੀ ਮਹਿਸੂਸ ਨਹੀਂ ਹੁੰਦਾ ਵੀ ਮੈਨੂੰ ਜਥੇਬੰਦੀਆਂ ਦੇ ਵਿੱਚ ਇਹ ਸ਼ਬਦ ਵਰਤੇ ਜਾ ਰਹੇ ਆ ਜੋ ਅਸੀਂ ਨਹੀਂ ਵਰਤ ਸਕਦੇ ਸੀ ਪਰ ਫਿਰ ਨਹੀਂ ਸਮਝਿਆ ਤੇ ਇੱਕ ਦਿਨ ਵੀ ਨਹੀਂ ਮੰਨਿਆ ਵੀ ਹਸਪਤਾਲ ਦੇ ਦੁਰਪ੍ਰਬੰਧ ਆ। ਮੈਂ ਉਦੋਂ ਵੀ ਕਿਹਾ ਸੀ ਇਹਨਾਂ ਜਿਹੜੀਆਂ ਗੈਰ ਕਾਨੂੰਨੀ ਨਿਯੁਕਤੀਆਂ ਕੀਤੀਆਂ 3 ਨਰਸਾਂ ਦੀਆਂ ਇਹਨਾਂ ਤੇ ਪਰਚਾ ਦਰਜ ਕਰੋ ਜੇ ਮੈਂ ਗਲਤ ਕਹਿੰਦਾ ਮੇਰੇ ਤੇ ਮਾਨਹਾਨੀ ਦਾ ਕੇਸ ਕਰੋ। ਮੀਟਿੰਗਾਂ ਹੋਈਆਂ ਉਸ ਸਮੇਂ ਵੀ ਜਥੇਬੰਦੀਆਂ ਨੇ ਦੱਸਿਆ ਫੋਟੋਆਂ ਦਿਖਾਈਆਂ ਵੀ ਗੱਦੇ ਗਲੇ ਹੋਏ ਆ ਪਾਟੇ ਆ ਚਾਦਰਾਂ ਲਿਬੜੀਆਂ ਬੈੱਡ ਟੁੱਟੇ ਹੋਏ ਆ ਸਟੈਚਰ ਟੁੱਟੇ ਹੋਏ ਆ ਵੀਲ ਚੇਅਰਾਂ ਟੁੱਟੀਆਂ। ਇਹ ਮਤਲਬ ਸ਼ਨੀ ਐਤਵਾਰ ਉੱਥੇ ਚਲੇ ਜਾਂਦੇ ਆ ਚੰਡੀਗੜ੍ਹ ਆਪਰੇਸ਼ਨ ਕਰਨ ਇੱਕ ਦਿਨ ਇੱਥੇ ਕਰਦੇ ਜਾਂ ਤਾਂ ਇਹ ਡਾਕਟਰੀ ਕਰ ਲੈਣ ਤੇ ਜਾਂ ਇਹ ਹਸਪਤਾਲ ਦਾ ਪ੍ਰਬੰਧ ਸੁਧਾਰ ਲੈਣ। ਕੈਂਸਰ ਵਿਭਾਗ ਦੇ ਸਾਰਿਆਂ ਨਾਲੋਂ ਵੱਡਾ ਇਹ ਆਪਣਾ ਸੈਂਟਰ ਆ। ਕੈਂਸਰ ਵਿਭਾਗ ਹੋਰ ਕੁਝ ਮਹੀਨੇ ਤੱਕ ਬੰਦ ਹੋ ਜਾਣਾ ਜਿਸ ਤਰੀਕੇ ਦੇ ਹਾਲਾਤ ਆ। ਜਿਹੜੀਆਂ ਕੈਂਸਰ ਦੇ ਸੇਕੇ ਲਾਉਣ ਦੀਆਂ ਮਸ਼ੀਨਾਂ ਉਹ 10 ਸਾਲ ਦੀ ਮਿਆਦ ਪੂਰੀ ਕਰ ਚੁੱਕੀਆਂ ਉਹਦਾ ਪ੍ਰੋਸੈਸ ਨਹੀਂ ਚੱਲਿਆ। ਜਿਸ ਦਿਨ 10 ਸਾਲ ਤੋਂ ਬਾਅਦ ਉਹ ਮਸ਼ੀਨਾਂ ਸਮਾਂ ਹੋ ਗਿਆ ਉਹ ਮਸ਼ੀਨਾਂ ਖਰਾਬ ਹੋਈਆਂ ਰਹੀਆਂ ਨੇ ਉਹਦਾ ਸਪੇਅਰ ਪਾਰਟ ਨਹੀਂ ਮਿਲਣਾਗਾ। ਸਤਿ ਸ਼੍ਰੀ ਅਕਾਲ ਜੀ, ਲੋਕਵਾਈ TV ਦੇਖ ਰਹੇ ਹੋ ਤੁਸੀਂ। ਮੈਂ ਮਨਿੰਦਰਜੀਤ ਸਿੱਧੂ। ਦੋਸਤੋ ਕੱਲ੍ਹ ਜਦ ਪੰਜਾਬ ਦੇ ਸਿਹਤ ਮੰਤਰੀ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਵਿੱਚ ਆਉਂਦੇ ਹੈ ਤਾਂ ਉੱਥੇ ਜੋ ਹਾਲਾਤ ਹੁੰਦੇ ਆ ਉਹਨਾਂ ਨੂੰ ਦੇਖ ਕੇ ਉਹਨਾਂ ਦੇ ਮਨ ਦੇ ਵਿੱਚ ਗੁੱਸਾ ਵੀ ਆਉਂਦਾ ਤੇ ਉਹ ਮੌਕੇ 'ਤੇ ਹੀ ਜੋ VC ਮੌਜੂਦ ਹੁੰਦੇ ਆ ਰਾਜ ਬਹਾਦਰ ਸਿੰਘ ਉਹਨਾਂ ਨੂੰ ਹਸਪਤਾਲ ਦਿਖਾਉਂਦੇ ਆ ਤੇ ਹਸਪਤਾਲ ਦਿਖਾਉਂਦੇ ਜਦ ਉਹਨਾਂ ਨੂੰ ਇੱਕ ਗੱਦੇ ਜਿਹੜੇ ਕਿ ਬਹੁਤ ਬੁਰੀ ਹਾਲਤ ਵਿੱਚ ਹੁੰਦੇ ਆ ਉਹਨਾਂ 'ਤੇ ਜਦ ਮੰਤਰੀ ਇਹ ਕਹਿੰਦੇ ਆ ਕਿ VC ਸਾਹਿਬ ਤੁਸੀਂ ਇਹਨਾਂ ਗੱਦਿਆਂ 'ਤੇ ਪੈ ਸਕਦੇ ਹੋ ਜਿਨ੍ਹਾਂ 'ਤੇ ਮਰੀਜ਼ ਪੈਂਦੇ ਆ ਤਾਂ ਉਦੋਂ VC ਸਾਹਿਬ ਉਹਨਾਂ ਗੱਦਿਆਂ 'ਤੇ ਪੈਂਦੇ ਆ ਤਾਂ ਉਸ ਤੋਂ ਬਾਅਦ ਇੱਕ ਵਿਵਾਦ ਚੱਲ ਪੈਂਦਾ ਕਿ ਮੰਤਰੀ ਵੱਲੋਂ VC ਦੇ ਨਾਲ ਦੁਰਵਿਹਾਰ ਕੀਤਾ ਗਿਆ। ਇਹ ਵੀ ਕਿਹਾ ਜਾਂਦਾ ਕੁਝ ਲੋਕਾਂ ਵੱਲੋਂ ਕਿ ਇੱਕ 12 ਪੜ੍ਹਿਆ ਮੰਤਰੀ ਇੱਕ VC ਦੇ ਨਾਲ ਅਜਿਹਾ ਵਿਹਾਰ ਕਰਦਾ ਕਿ ਇਹ ਚੰਗਾ ਹੈ। ਉਸ ਤੋਂ ਬਾਅਦ ਵਿਵਾਦ ਇੰਨਾ ਵੱਧ ਜਾਂਦਾ ਕਿ VC ਇਸ ਆਪਣੇ ਅਹੁਦੇ ਤੋਂ ਅਸਤੀਫੇ ਦੀ ਪੇਸ਼ਕਸ਼ ਵੀ ਸਰਕਾਰ ਨੂੰ ਭੇਜ ਦਿੰਦੇ ਆ। ਇਸ ਮਾਮਲੇ 'ਚ VC ਸਹੀ ਹੈ ਜਾਂ ਜਿਹੜੇ ਆ ਸਿਹਤ ਮੰਤਰੀ ਸਹੀ ਹੈ? ਮੌਕੇ 'ਤੇ ਜੋ ਮੌਜੂਦ ਸੀ ਚਸ਼ਮਦੀਦ ਸੀ ਜਿਨ੍ਹਾਂ ਨੇ ਲੰਮੇ ਸਮੇਂ ਤੋਂ ਇਸ ਹਸਪਤਾਲ ਨੂੰ ਬਚਾਉਣ ਲਈ ਘੋਲ ਵੀ ਲੜ ਰਹੇ ਆ ਗੁਰਪ੍ਰੀਤ ਸਿੰਘ ਚੰਦਬਾਜਾ ਉਹ ਸਾਡੇ ਨਾਲ ਨੇ ਗੱਲਬਾਤ ਕਰਦੇ ਆ। ਬਾਈ ਸਤਿ ਸ਼੍ਰੀ ਅਕਾਲ। ਧੰਨਵਾਦ ਜੀ, ਸ਼ੁਕਰੀਆ। ਸਤਿ ਸ਼੍ਰੀ ਅਕਾਲ ਬਾਈ ਜੀ। ਕੱਲ੍ਹ ਤੁਸੀਂ ਮੌਜੂਦ ਸੀ, ਕੌਣ ਸਹੀ ਹੈ ਅਤੇ ਕੌਣ ਗਲਤ ਹੈ? ਬੜਾ ਰੌਲਾ ਚੱਲ ਰਿਹਾ। ਕੋਈ ਕਹਿੰਦਾ ਕਿ ਮੰਤਰੀ ਸਾਹਿਬ ਨੇ ਗਲਤ ਕੀਤਾ, ਐਂ ਨਹੀਂ ਕਰਨਾ ਚਾਹੀਦਾ। ਕੋਈ ਕਹਿੰਦਾ ਕਿ ਹਾਲਤ ਹੀ ਅਜਿਹੀ ਆ ਉੱਥੇ ਵੀ ਕੋਈ ਐਡੀ ਵੱਡੀ ਗੱਲ ਵੀ ਨਹੀਂ, ਦਿਖਾਉਣਾ ਚਾਹੀਦਾ ਸੀ ਸਭ ਕੁਝ। ਦੇਖੋ ਜੀ, 2 ਚੀਜ਼ਾਂ ਜਿਹੜੇ ਚੰਡੀਗੜ੍ਹ ਲੋਕ ਬੈਠੇ ਆ ਜਾਂ ਰਾਜਨੀਤਿਕ ਲੋਕ ਨੇ ਜਾਂ ਅਫਸਰਸ਼ਾਹੀ ਆ ਉਹਨਾਂ ਦੇ ਭਾਰੇ VC ਸਾਹਿਬ ਨਾਲ ਧੱਕਾ ਹੋਇਆ। ਠੀਕ ਹੈ। ਕਿਉਂਕਿ ਇਹਨਾਂ ਰਾਜਨੀਤਿਕ ਲੋਕਾਂ ਦੇ ਫੋਨ ਤੇ VC ਸਾਹਿਬ ਕੰਮ ਕਰਦੇ ਆ ਗੈਰ ਕਾਨੂੰਨੀ ਅਫਸਰਸ਼ਾਹੀ ਦੇ ਤੇ ਪੱਤਰਕਾਰ ਜਿਹੜੇ ਉੱਥੇ ਬੈਠੇ ਕਰ ਰਹੇ ਜਿਨ੍ਹਾਂ ਨੂੰ ਇੱਥੋਂ ਦੀ ਗਰਾਊਂਡ ਸਥਿਤੀ ਦਾ ਨਹੀਂ ਪਤਾ
ਉਹਨਾਂ ਨੂੰ ਇਹ ਲੱਗ ਰਿਹਾ ਵੀ ਜਦੋਂ ਵੀਸੀ ਸਾਹਿਬ ਸਾਡੇ ਫੋਨ ਤੇ ਸਾਡੇ ਮਰੀਜ਼ ਨੂੰ ਬਿਸਕੁਟ ਖਵਾਉਂਦੇ ਆ, ਸਾਡੇ ਬੱਚੇ ਨੂੰ MBBS ਸ਼ੀਟ ਲੈਣੀ ਹੁੰਦੀ ਆ ਪਹਿਲ ਦਿੰਦੇ ਆ, ਜਾਲੀ ਰਿਟਰਨਸ਼ਿਪ ਦੀ ਗੱਲ ਹੋਵੇ ਸਾਡੀ ਮਦਦ ਕਰਦੇ ਆ, ਉਹਨਾਂ ਭਾਦੇ ਵੀਸੀ ਸਾਹਿਬ ਚੰਗੇ ਆ। ਪਰ ਜਿਹੜੇ 25 ਵਿਧਾਨ ਸਭਾ ਹਲਕਿਆਂ ਦੇ 7 ਜ਼ਿਲ੍ਹਿਆਂ ਦੇ ਲੋਕ ਇੱਥੇ ਆ ਕੇ ਸੈਂਕੜੇ ਲੋਕਾਂ ਦੀ ਮੌਤ ਹੋ ਚੁੱਕੀ ਆ ਜਿਹੜੇ ਦੁਰਪ੍ਰਬੰਧਾਂ ਕਰਕੇ, ਉਹਨਾਂ ਦੇ ਭਾਅ ਦਾ ਮੰਤਰੀ ਸਾਹਿਬ ਨੇ ਬਹੁਤ ਸਹੀ ਕੀਤਾ। ਮੰਤਰੀ ਸਾਹਿਬ ਨੇ ਇਹੀ ਕਿਹਾ ਸੀ ਵੀਸੀ ਸਾਹਿਬ ਵੀ ਆ ਜਿਹੜੇ ਗੱਦੇ ਆ ਕੀ ਪੈਣ ਯੋਗ ਆ, ਕੀ ਤੁਸੀਂ ਇੱਥੇ ਪੈ ਸਕਦੇ ਹੋ? ਵੀਸੀ ਸਾਹਿਬ ਜੇ ਕਾਣੇ ਜਿਨ੍ਹਾਂ ਨੇ ਗੈਰ ਕਾਨੂੰਨੀ ਨਿਯੁਕਤੀਆਂ ਕੀਤੀਆਂ ਉਹ ਉਹਨਾਂ ਦੇ ਅੰਦਰ ਪਾਲਾ ਸਤਾ ਰਿਹਾ ਵੀ ਮੇਰੀ ਕਿਤੇ ਗੈਰ ਕਾਨੂੰਨੀ ਨਿਯੁਕਤੀਆਂ ਦੀ ਕੋਈ ਕਾਰਵਾਈ ਸ਼ੁਰੂ ਨਾ ਹੋ ਜਾਵੇ, ਉਹ ਲੰਮਾ ਪੈ ਗਿਆ। ਤੇ ਲੋਕ ਖੁਸ਼ੀ ਨੇ, ਸਾਡੀਆਂ ਕਿਸਾਨ, ਮਜ਼ਦੂਰ, ਮੁਲਾਜ਼ਮ, ਅਧਿਆਪਕ, ਵਿਦਿਆਰਥੀ ਜਥੇਬੰਦੀਆਂ ਪਿਛਲੇ 8 ਸਾਲਾਂ ਤੋਂ ਇਹਦੇ ਨਾਲ ਤੇ 2012 ਤੋਂ ਲਗਾਤਾਰ ਹਸਪਤਾਲ ਨੂੰ ਬਚਾਉਣ ਲਈ ਸੰਘਰਸ਼ ਕਰ ਰਹੀਆਂ। ਪਰ ਪਹਿਲੀ ਸਰਕਾਰ ਨੇ OP ਸੋਨੀ ਜੀ ਦੇ ਕੋਲੇ ਮੀਟਿੰਗ ਹੋਈ, ਉਸ ਸਮੇਂ ਦੇ ਸਰਦਾਰ ਕੁਸ਼ਲਦੀਪ ਸਿੰਘ ਢਿੱਲੋਂ, ਸਰਦਾਰ ਕੁਲਤਾਰ ਸਿੰਘ, ਡਿਪਟੀ ਕਮਿਸ਼ਨਰ SSP, ਹੈਲਥ ਸੈਕਟਰੀ ਮੀਟਿੰਗਾਂ ਹੋਈਆਂ। ਉਸ ਸਮੇਂ ਵੀ ਜਥੇਬੰਦੀਆਂ ਨੇ ਦੱਸਿਆ, ਫੋਟੋਆਂ ਦਿਖਾਈਆਂ ਵੀ ਗੱਦੇ ਗਲੇ ਹੋਏ ਆ, ਪਾਟੇ ਆ, ਚਾਦਰਾਂ ਲਿਬੜੀਆਂ, ਬੈੱਡ ਟੁੱਟੇ ਹੋਏ ਆ, ਸਟੈਚਰ ਟੁੱਟੇ ਹੋਏ ਆ, ਵੀਲ ਚੇਅਰਾਂ ਟੁੱਟੀਆਂ। ਇਸ ਤੋਂ ਅੱਗੇ ਤੁਰੇ ਜਾਓ, ਕੋਈ ਸੁਧਾਰ ਨਹੀਂ ਕੀਤਾ। ਉਦੋਂ ਅੱਗੇ ਜਾਓ, ਦੁਨੀਆ ਦਾ ਪਹਿਲਾ ਆਪਰੇਸ਼ਨ ਥੀਏਟਰ ਆ ਫਰੀਦਕੋਟ ਦਾ, ਜਿੱਥੇ ਸ਼ੁਰੂ ਹੀ ਵਾਲੇ ਪੱਖੇ ਲਾ ਕੇ ਡਾਕਟਰ ਆਪਰੇਸ਼ਨ ਕਰਦੇ, ਜਦ ਕਿ ਮਤਲਬ ਜਿਹੜੀ ਗਾਈਡਲਾਈਨ ਆ ਮੈਡੀਕਲ ਦੀ ਉਹਦੇ ਵਿੱਚ ਤੁਸੀਂ ਪੱਖਾ ਲਾ ਹੀ ਨਹੀਂ ਸਕਦੇ ਥੀਏਟਰ ਦੇ ਵਿੱਚ। ਤੇ ਫਰੀਦਕੋਟ ਚੱਲ ਰਿਹਾ। ਪਿਛਲੇ ਸਾਲ ਵੀ ਰੌਲਾ ਪਾਇਆ AC ਚਲਾ ਕੇ ਦਿਓ, ਇਸ ਵਾਰ ਵੀ ਹਜੇ ਤੱਕ AC ਨਹੀਂ ਚੱਲੇਗੇ ਇਹਨਾਂ ਦੇ। ਦੂਸਰੀ ਗੱਲ, MRI ਖਰਾਬ ਹੋਈ ਪਈ ਆ, ਕੈਂਸਰ ਦੀਆਂ ਮਸ਼ੀਨਾਂ ਬੁਨਿਆਦ ਪੂਰੀ ਕਰ ਚੁੱਕੀਆਂ, PET ਸਕੈਨ ਪੂਰੀ ਕਰ ਚੁੱਕੀ ਆ, ਜਿਹੜੇ ਸੇਕੇ ਲਾਉਣੀਆਂ ਮਸ਼ੀਨਾਂ, ਅਲਟਰਾਸਾਊਂਡ ਤੇ ਐਕਸਰਿਆਂ ਦਾ ਬੁਰਾ ਹਾਲ ਆ, ਸਟਾਫ ਹੀ ਹੈ ਨਹੀਂ ਆ। ਇੱਕ ਨਰਸ ਨੂੰ 70 ਮਰੀਜ਼ ਦਿੱਤੇ ਗਏ ਆ ਤੇ ਬਿਲਡਿੰਗਾਂ ਸਾਰੀਆਂ ਖੰਡਰ ਬਣੀਆਂ ਪਈਆਂ, ਬਾਥਰੂਮਾਂ ਦਾ ਬੁਰਾ ਹਾਲ ਆ। ਤੁਸੀਂ ਮੈਨੂੰ ਦੱਸੋ ਵੀ 8 ਸਾਲਾਂ 'ਚ ਜਿਹੜਾ ਬੰਦਾ ਇਹਦੇ ਪ੍ਰਬੰਧ ਨਹੀਂ ਸੁਧਾਰ ਸਕਿਆ, ਇਹ ਜਿਹੜੀ ਸੰਸਥਾ ਖੁਦ ਮੁਖਤਿਆਰ ਆ, ਇਹਦੇ ਕੋਲੇ ਆਪਣਾ ਫੰਡ ਆ। ਤੇ ਜੇ ਗੱਦੇ ਮਗਰਲੀ ਸਰਕਾਰ ਨੇ ਆ ਜਿਹੜੀ ਚਿੱਠੀ ਜਾਰੀ ਕੀਤੀਆਂ, OP ਸੋਨੀ ਜੀ ਨੇ ਕਮੇਟੀ ਬਣਾਈ, ਅੱਜ ਕਾਂਗਰਸੀ ਰਾਜਨੀਤੀ ਕਰ ਰਹੇ, ਉੱਥੇ ਬੈਠੇ ਖਹਿਰਾ ਸਾਹਿਬ, ਪ੍ਰਗਟ ਸਿੰਘ ਜਾਂ ਡਾਕਟਰ ਧਰਮਵੀਰ ਗਾਂਧੀ, ਜਦੋਂ ਸਾਡੇ ਮਰੀਜ਼ ਮਰ ਰਹੇ, ਇੱਥੇ ਲੋਕ ਮਰ ਰਹੇ ਜਿਹੜੇ ਇਲਾਕੇ ਦੇ ਮਾਲਵੇ ਦੇ, ਉਦੋਂ ਤਾਂ ਇਹਨਾਂ ਨੂੰ ਕਦੇ ਨਹੀਂ ਦੱਸਿਆ ਵੀ ਇੱਥੋਂ ਦੇ ਦੁਰਪ੍ਰਬੰਧ ਆ, VC ਸਾਹਿਬ ਨੂੰ ਸੁਧਾਰਨੇ ਚਾਹੀਦੇ। ਕਿੰਨੀਆਂ ਖਬਰਾਂ ਲੱਗਦੀਆਂ, ਕਿੰਨੀਆਂ ਮਤਲਬ ਇੰਟਰਵਿਊਆਂ ਆਉਂਦੀਆਂ। ਅੱਜ ਇਹਨਾਂ ਨੂੰ ਜੇ ਮੰਤਰੀ ਸਾਹਿਬ ਨੇ ਚੱਜ ਦਾ ਕੰਮ ਕੀਤਾ ਤੇ ਇਹਨਾਂ ਨੂੰ ਔਖ ਹੋ ਗਈ ਆ। ਮੈਂ ਖੁੱਲ੍ਹਾ ਸੱਦਾ ਦਿੰਦਾ ਸਾਰੀਆਂ ਰਾਜਨੀਤਿਕ ਪਾਰਟੀਆਂ ਨੂੰ ਜਾਂ ਚੰਡੀਗੜ੍ਹ ਬੈਠੇ ਹੋਏ ਲੋਕਾਂ ਨੂੰ ਜਿਹੜੇ VC ਸਾਹਿਬ ਦੇ ਹੱਕ 'ਚ ਆ, ਇੱਕ ਵਾਰੀ ਫਰੀਦਕੋਟ ਆ ਕੇ ਮਾਲਵੇ ਦੇ ਜਿਹੜੇ 25 ਜ਼ਿਲ੍ਹਿਆਂ ਦੇ ਲੋਕ ਇੱਥੇ ਇਲਾਜ ਲਈ ਆਉਂਦੇ ਆ, ਉਹਨਾਂ ਦੀ ਦੁੱਖ ਤਕਲੀਫ ਸਮਝੋ। ਪਰ ਡਾਕਟਰ ਚੰਗਾ ਹੋਣਾ ਉਹ ਗੱਲ ਨਹੀਂ, ਇਹ ਨਲਾਇਕ ਪ੍ਰਬੰਧਕ ਆ। ਕਿੰਨੀਆਂ ਮੀਟਿੰਗਾਂ ਦੇ ਵਿੱਚ ਇਹਦੇ ਨਾਲ ਝੜਪਾਂ ਹੋਈਆਂ ਜਥੇਬੰਦੀਆਂ ਦੀਆਂ। ਇਹ ਮਤਲਬ ਬੰਦੇ ਨੂੰ ਜਮਾਂ ਹੀ ਮਹਿਸੂਸ ਨਹੀਂ ਹੁੰਦਾ ਵੀ ਮੈਨੂੰ ਜਥੇਬੰਦੀਆਂ ਦੇ ਵਿੱਚ ਇਹ ਸ਼ਬਦ ਵਰਤੇ ਜਾ ਰਹੇ ਆ ਜੋ ਅਸੀਂ ਨਹੀਂ ਵਰਤ ਸਕਦੇ ਸੀ, ਪਰ ਫਿਰ ਨਹੀਂ ਸਮਝਿਆ ਤੇ ਇੱਕ ਦਿਨ ਵੀ ਨਹੀਂ ਮੰਨਿਆ ਵੀ ਹਸਪਤਾਲ ਦੇ ਦੁਰਪ੍ਰਬੰਧ ਆ। ਇਸ ਕਰਕੇ ਆਹ ਤੁਸੀਂ ਚਿੱਠੀ ਦੇਖੋ, 2/9/2021 ਮਗਰਲੀ ਸਰਕਾਰ ਵੇਲੇ ਦੀ ਆ, ਜਿਹੜੇ ਅੱਜ ਕਾਂਗਰਸੀ ਰੌਲਾ ਪਾਉਂਦੇ ਆ। ਇੱਥੇ ਲਿਖਿਆ ਹੋਇਆ 8000 ਚਾਦਰਾਂ ਤੇ 400 ਬੈੱਡ ਸਮੇਤ ਗੱਦੇ। ਤੇ ਜੇ ਇਹ ਮਤਲਬ 9ਵੇਂ ਮਹੀਨੇ ਦੀ ਚਿੱਠੀ ਜਾਰੀ ਹੋਈ ਆ ਹਸਪਤਾਲ ਦੀ, ਸੁਪਰਡੈਂਟ ਸਾਹਿਬ ਦੀ ਸਾਈਨ ਹੈ ਨਾ ਇਹ, ਤੇ ਜੇ ਹਜੇ ਤੱਕ ਇਹਨਾਂ ਤੋਂ ਗੱਦੇ ਨਹੀਂ ਆਏ ਤੇ ਤੁਸੀਂ ਵੱਡੀਆਂ ਚੀਜ਼ਾਂ ਕੀ ਕਰ ਲਓ। ਸਾਰਾ ਸਟਾਫ, ਨਰਸਿੰਗ ਸਟਾਫ, ਕਲੈਰੀਕਲ ਤੇ ਜਿੰਨੇ ਦਰਜਾ 4 ਕਰਮਚਾਰੀ ਸਾਰੇ ਹੜਤਾਲ ਤੇ ਬੈਠੇ ਆ। ਉਹ ਕਹਿੰਦੇ ਵੀ ਸਾਨੂੰ ਨਾ ਤਾਂ ਪੂਰੀ ਤਨਖਾਹ ਦਿੰਦੇ ਆ, ਨਾ ਸਾਨੂੰ ਪੱਕਾ ਕਰਦਾ। ਜਿਹੜੇ ਤੇ ਚੇਤੇ ਹੁੰਦੇ ਆ ਉਹਨਾਂ ਦੀ ਤਨਖਾਹ ਵੀ ਵੱਧ ਦੇ ਰਿਹਾ ਤੇ ਉਹਨਾਂ ਨੂੰ ਗੈਰ ਕਾਨੂੰਨੀ ਢੰਗ ਦੇ ਨਾਲ ਪ੍ਰਮੋਸ਼ਨਾਂ ਵੀ ਦੇ ਰਿਹਾ। ਤੇ ਮੈਡੀਕਲ ਦੇ ਵਿੱਚ ਬਹੁਤ ਉਹ ਲੋਕ ਆ ਜਿਹੜੇ ਬਹੁਤ ਸੇਵਾ ਭਾਵਨਾ ਨਾਲ ਕੰਮ ਕਰਦੇ। ਕੁਝ ਕੁ ਲੋਕਾਂ ਦਾ ਸੁਭਾਅ ਹੁੰਦਾ ਜਿਹੜੇ ਕੋਈ ਦੁਰਵਿਹਾਰ ਕਰਦੇ ਆ, ਉੱਥੇ ਅਸੀਂ ਜਾ ਕੇ ਉਹਨਾਂ ਨੂੰ ਵੀ ਬੇਨਤੀ ਕਰਦੇ ਆ ਵੀ ਜਿਹੜਾ ਦੁੱਖ ਦਾ ਮਾਰਿਆ ਹੋਇਆ ਤੁਹਾਡੇ ਕੋਲ ਆਉਂਦਾ, ਤੁਸੀਂ ਉਹਦੇ ਲਈ ਰੱਬ ਹੋ, ਤੁਸੀਂ ਉਹਨੂੰ ਪਿਆਰ ਨਾਲ ਉਹਦੀ ਮਦਦ ਕਰੋ ਜਿੰਨੀ ਕਰ ਸਕਦੇ। ਤੁਸੀਂ ਆਪਣੀ ਡਿਊਟੀ ਨੂੰ ਤਨਦੇਹੀ ਨਾਲ ਨਿਭਾਓ, ਤੇ ਪਰ ਜਿਹੜੇ ਉਹਨਾਂ ਦੇ ਹੱਕ ਆ ਉਹ ਯੂਨੀਵਰਸਿਟੀ ਨੂੰ ਉਹਨਾਂ ਨੂੰ ਦੇਣੇ ਵੀ ਬਣਦੇ ਆ, ਜਿਹੜੇ ਇਮਾਨਦਾਰੀ ਨਾਲ ਕੰਮ ਕਰ ਰਹੇ ਲੋਕ ਜੀ। ਅੱਛਾ, ਇੱਕ ਗੱਲ ਇੱਥੇ ਵੀ ਹੈ ਵੀ ਤੁਸੀਂ ਕਹਿ ਰਹੇ ਹੋ ਵੀ ਸਮਾਨ ਜਾਂ ਇੱਥੇ ਕਈ ਚੀਜ਼ਾਂ ਤੁਸੀਂ ਕਹਿ ਰਹੇ ਹੋ ਕਿ AC ਨਹੀਂ ਜਾਂ ਪ੍ਰਬੰਧ ਨਹੀਂ, ਇੱਥੇ ਸਰਕਾਰ ਨੇ ਫੰਡ ਜਾਰੀ ਕਰਨਾ ਹੁੰਦਾ ਇਹਨਾਂ ਦਾ, ਤਾਂ ਫਿਰ ਇਹ 'ਚ VC ਸਾਹਿਬ ਦਾ ਕੋਈ ਕਸੂਰ ਨਹੀਂ। ਦੇਖੋ ਖੁਦ ਮੁਖਤਿਆਰ ਸੰਸਥਾ ਇਹ, ਇਹਦੇ ਕੋਲੇ ਆਪਦੇ ਫੰਡ ਨੇ। ਇਸ ਤੋਂ ਪਹਿਲਾਂ ਡਾਕਟਰ DS ਗਿੱਲ ਸੀਗੇ ਇੱਥੇ ਵਾਈਸ ਚਾਂਸਲਰ, ਉਹਨਾਂ 'ਚ ਹੋਰ ਕਮਜ਼ੋਰੀਆਂ ਹੋ ਸਕਦੀਆਂ, ਪਰ ਉਹ ਪ੍ਰਬੰਧਕ ਬਹੁਤ ਵਧੀਆ। ਉਹਨਾਂ ਨੇ ਸਾਰੀ ਮਸ਼ੀਨਰੀ ਹਸਪਤਾਲ ਲਈ ਸਾਰੀਆਂ ਬਿਲਡਿੰਗਾਂ ਆਪਦੇ ਦਮ ਤੇ ਖੜੀਆਂ ਕੀਤੀਆਂ। ਜੇ ਇੱਕ ਪਹਿਲਾ VC ਕਰ ਸਕਦਾ ਤੇ ਇਹਨਾਂ ਤੋਂ ਕਿਉਂ ਨਹੀਂ ਹੋਈਆਂ? ਇਹ ਮਤਲਬ ਸ਼ਨੀ ਐਤਵਾਰ ਉੱਥੇ ਚਲੇ ਜਾਂਦੇ ਆ ਚੰਡੀਗੜ੍ਹ ਆਪਰੇਸ਼ਨ ਕਰਨ, ਇੱਕ ਦਿਨ ਇੱਥੇ ਕਰਦੇ, ਜਾਂ ਤਾਂ ਇਹ ਡਾਕਟਰੀ ਕਰ ਲੈਣ ਤੇ ਜਾਂ ਇਹ ਹਸਪਤਾਲ ਦਾ ਪ੍ਰਬੰਧ ਸੁਧਾਰ ਲੈਣ। ਜੇ ਡਾਕਟਰ ਆਈ ਨੂੰ ਬੇਇੱਜ਼ਤੀ ਦਾ ਇੰਨਾ ਮਹਿਸੂਸ ਹੁੰਦਾ, ਕਿਉਂ ਇਹਨਾਂ ਨੇ ਇੱਥੇ ਪੰਗਾ ਲੈਂਦੇ ਆ? ਸਿੱਧੇ ਹੋ ਕੇ ਜਾ ਕੇ ਚੰਡੀਗੜ੍ਹ ਆਪਦੇ ਲੋਕਾਂ ਦਾ ਇਲਾਜ ਕਰਨ, ਨਾਲੇ ਤਾਂ ਵੱਧ ਲੋਕਾਂ ਨੂੰ ਰਾਹਤ ਦੇਣਗੇ ਤੇ ਨਾਲੇ ਸਾਡੀ ਯੂਨੀਵਰਸਿਟੀ ਬਾਜੂਗੀ। ਸਾਨੂੰ ਤਾਂ ਇਹ ਲੱਗਦਾ ਵੀ ਯੂਨੀਵਰਸਿਟੀ ਇਹਨੇ ਜਮਾਂ ਖੰਡਰ ਬਣਾਤੀ ਤੇ ਕਿਤੇ ਪ੍ਰਾਈਵੇਟ ਅਦਾਰੇ ਨੂੰ ਇਹਨਾਂ ਦੇ ਦੇਣ ਦੀ ਸਾਂਢ ਗਾਂਢ ਸੀ ਵੀ ਇਹਨੂੰ ਇੰਨਾ ਮਤਲਬ ਹਾਲਾਤ ਇਹਦੇ ਮਾੜੇ ਕਰ ਦਿਓ, ਲੋਕ ਅੱਕ ਕੇ ਜਾਂ ਸਰਕਾਰ ਕਹੇ ਵੀ ਇਹਨੂੰ ਅੱਧ ਤੇ ਕਿਸੇ ਵੱਡੇ ਕਾਰਪੋਰੇਟ ਘਰਾਣੇ ਜਿਹੜਾ ਮੈਡੀਕਲ ਨਾਲ ਸੰਬੰਧਿਤ ਆ ਉਹਨੂੰ ਦੇ ਦਿੱਤੀ ਜਾਵੇ, ਤੇ ਤਾਂ ਹੀ ਹਸਪਤਾਲ ਦਾ ਪੱਠਾ ਬੇਟਾ। ਤੁਸੀਂ ਜਾ ਕੇ ਵੇਖੋ ਕਿਸੇ ਮਰੀਜ਼ ਨੂੰ, ਕਿਸੇ ਡਾਕਟਰ ਨੂੰ, ਕਿਸੇ ਨੂੰ ਪੁੱਛ ਕੇ ਦੇਖੋ, ਸਿਰਫ ਉਹ ਲੋਕ ਖੁਸ਼ ਨੇ
ਜਿਹੜੇ ਉਹ ਲੁੱਖ ਮਨਾ ਰਹੇ ਨੇ ਇਸ ਦਾ ਵੀ ਜਿਹੜੇ ਇਹਦੇ ਚਹੇਤੇ ਨੇ ਜਿਨ੍ਹਾਂ ਨੂੰ ਇਹ ਘਰੇ ਮਤਲਬ ਆਪਦੇ ਦਫ਼ਤਰ ਬਿਠਾ ਕੇ ਕਾਜੂ ਬਿਸਕੁਟ ਖਵਾਉਂਦਾ, ਚਾਹ ਪਿਆਉਂਦਾ, ਗੁਲਦਸਤੇ ਦਿੰਦੇ ਆ, ਉਹ ਲੋਕ ਖੁਸ਼ ਨੇ। ਪਰ ਜਿਹੜੇ ਕਿਰਤੀ ਲੋਕ ਨੇ, ਜਿਹੜੇ ਸਧਾਰਨ ਲੋਕ ਨੇ, ਸਾਰੀਆਂ ਜਥੇਬੰਦੀਆਂ ਇਹਦੇ ਵਿਰੁੱਧ ਲੜਦੀਆਂ ਆ ਰਹੀਆਂ ਤੇ ਲੜਦੀਆਂ ਰਹਿਣਗੀਆਂ। ਤੇ ਬਹੁਤ ਵਧੀਆ ਕੰਮ ਮਿਨਿਸਟਰ ਸਾਹਿਬ ਨੇ ਕੀਤਾ। ਤੇ ਜੇ ਇਹ ਇੰਨੀ ਆਪਦੇ ਆਪ ਨੂੰ ਸੋਚਦੇ, ਅੱਜ ਤੋਂ ਜਦੋਂ ਪਹਿਲੀ ਮੀਟਿੰਗ ਸੋਨੀ ਸਾਹਿਬ ਨਾਲ ਹੋਈ 31 ਮਾਰਚ 2021 ਨੂੰ, ਗੱਲਾਂ ਤਾਂ ਉਦੋਂ ਵੀ ਇਹੀ ਹੋਈਆਂ ਸੀ ਮੰਤਰੀ ਸਾਹਿਬ ਨਾਲ। ਮੰਤਰੀ ਸਾਹਿਬ ਨੇ ਖੜੇ ਕਰਕੇ ਝਿੜਕਿਆ ਇਹਨਾਂ ਨੂੰ। ਮੈਂ ਉਦੋਂ ਵੀ ਕਿਹਾ ਸੀ ਇਹਨਾਂ ਨੇ ਜਿਹੜੀਆਂ ਗੈਰ ਕਾਨੂੰਨੀ ਨਿਯੁਕਤੀਆਂ ਕੀਤੀਆਂ 3 ਨਰਸਾਂ ਦੀਆਂ, ਇਹਨਾਂ ਤੇ ਪਰਚਾ ਦਰਜ ਕਰੋ। ਜੇ ਮੈਂ ਗਲਤ ਕਹਿੰਦਾ ਮੇਰੇ ਤੇ ਮਾਨਹਾਨੀ ਦਾ ਕੇਸ ਕਰੋ। ਤੇ ਉਸ ਵੇਲੇ ਮੈਂ ਸੋਨੀ ਸਾਹਿਬ ਨੂੰ ਵੀ ਕਿਹਾ, ਸਾਰੇ ਐਮਐਲਏ ਦੀ ਮੌਜੂਦਗੀ, ਸਾਰੇ ਅਫਸਰਾਂ ਦੀ, ਐਸਐਸਪੀ ਨੂੰ ਦਰਖਾਸਤ ਵੀ ਦਿੱਤੀ। ਐਸਐਸਪੀ ਨੇ ਬਿਆਨ ਲੈ ਕੇ ਦਫ਼ਤਰ ਦਾਖਲ ਕਰਤੀ। ਕਿਸੇ ਦੀ ਲੱਤਾਂ 'ਚ ਭਾਰ ਨਹੀਂ ਚੱਲੇ। ਜਿਹੜੇ ਇਸ ਤੋਂ ਪਹਿਲਾਂ ਜਿਹੜਾ ਸਿਹਤ ਮੰਤਰੀ ਸੀ ਉਹਨੂੰ ਵੀ 2 ਵਾਰੀ ਮਿਲੇ, ਸਰਦਾਰ ਭਗਵੰਤ ਸਿੰਘ ਮਾਨ ਨੂੰ ਵੀ 9 ਤਰੀਕ ਨੂੰ ਮਿਲ ਕੇ ਆਏ। ਵੀ ਇਸ ਕਰਕੇ ਜੇ 2 ਚੀਜ਼ਾਂ ਜਦੋਂ ਅਸੀਂ ਵਿਰੋਧ ਸ਼ੁਰੂ ਕਰ ਦਿੱਤਾ ਹਸਪਤਾਲ ਦੀ ਬਿਹਤਰੀ ਲਈ, ਤੇ ਇਹਨਾਂ ਦਾ ਫਰਜ਼ ਬਣਦਾ ਸੀ ਜਿਹੜੀ ਅਸੀਂ ਲਿਖਤੀ ਚੀਜ਼ਾਂ ਦਿੱਤੀਆਂ ਸੀ ਉਹਨਾਂ ਨੂੰ ਆਪ ਨਜ਼ਰਸਾਨੀ ਕਰਦੇ, ਉਹਨਾਂ ਨੂੰ ਠੀਕ ਕਰ ਦਿੰਦੇ। ਤੇ ਕਿਸੇ ਦਾ ਕੀ ਰੌਲਾ ਸੀਗਾ ਤੇ ਆਹ ਦਿਨ ਨਾ ਦੇਖਣੇ ਪੈਂਦੇ। ਇਹਦਾ ਮਤਲਬ ਇਹਨਾਂ 'ਚ ਹੰਕਾਰ ਸੀਗਾ, ਹਉਮੈ ਸੀ ਵੀ ਮੇਰੀ ਕੋਈ ਆਵਾਜ਼ ਹੀ ਨਹੀਂ ਝਾਕ ਸਕਦਾ, ਮੈਂ ਜੋ ਮਰਜ਼ੀ ਇੱਥੇ ਗੰਦ ਪਾਵਾਂ, ਮੈਨੂੰ ਸਹੂਲਤਾਂ ਮਿਲਦੀਆਂ, ਮੈਨੂੰ ਘਰ ਮਿਲਿਆ, ਮੈਨੂੰ ਕਾਰਾਂ ਮਿਲੀਆਂ ਏਸੀ ਵਾਲੀਆਂ, ਮੇਰੇ ਦਫ਼ਤਰ 3 ਏਸੀ ਚੱਲਦੇ, ਮਰੀਜ਼ ਮਰਦੇ ਤੇ ਮਰੀ ਜਾਣ। ਜਦੋਂ ਮੈਡੀਕਲ ਸੁਪਰਡੈਂਟ ਕੋਲੇ ਕੋਈ ਅਥਾਰਟੀ ਨਹੀਂ ਵੀ 1 ਲੱਖ ਰੁਪਏ ਤੱਕ ਦਾ ਵੀ ਕੋਈ ਸਮਾਨ 10,000 ਦਾ ਵੀ ਖਰੀਦੇ, ਕਿਸੇ ਸਟ੍ਰੈਚਰ ਦੇ ਪਹੀਆ ਵੀ ਪਵਾਲੇ, ਉਹ ਯੂਨੀਵਰਸਿਟੀ ਦੇ ਪਰਚੇਜ ਜਿਹੜੀ ਕਮੇਟੀ ਆ ਉਹਦੇ ਤੋਂ 10 ਗੇੜੇ ਮਾਰ ਕੇ ਉਹਨਾਂ ਨੂੰ ਉੱਥੋਂ ਪ੍ਰਵਾਨਗੀ ਲੈਣੀ ਪੈਂਦੀ। ਜਲੀਲ ਹੁੰਦੇ ਜਾ ਕੇ ਉੱਥੇ ਜਦੋਂ ਕੋਈ ਡਾਕਟਰ ਕਿਸੇ ਆਪਦੇ ਹਸਪਤਾਲ ਦੀ ਗੱਲ ਕਰਦਾ ਵੀ ਮੇਰੇ ਵਾਰਡ ਦੇ ਵਿੱਚ ਬੁਰਾ ਹਾਲ ਆ ਜੀ, ਪੱਖੇ ਨਹੀਂ ਚੱਲ ਰਹੇ, ਉੱਥੇ ਏਸੀ ਨਹੀਂ ਚੱਲ ਰਹੇ, ਮੇਰੇ ਮਰੀਜ਼ ਆਪਰੇਸ਼ਨ ਵਾਲੇ ਔਖੇ ਹੋ ਰਹੇ ਆ, ਤੇ ਉਹਨਾਂ ਦੇ ਗਲ ਪੈ ਜਾਂਦੇ, ਹਯਾ ਲਾ ਕੇ ਤੁਰਦਾ। ਦੂਜੀ ਵਾਰ ਜਾਂਦੇ ਨਹੀਂ, ਅਗਲੇ ਕਹਿੰਦੇ ਆਪਾਂ ਤਨਖਾਹ ਲੈਣੀ ਹੈ। ਜਦੋਂ ਨਹੀਂ ਸੁਣਦਾ ਕੀ ਕਰੀਏ? ਤੇ ਥੱਲੇ ਜਦੋਂ ਮਰੀਜ਼ ਰੌਲਾ ਪਾਉਂਦੇ ਉਹ ਡਾਕਟਰਾਂ ਦੇ ਗੱਲ ਸਾਫਾ ਪਾ ਲੈਂਦੇ ਸੀਗੇ, ਸਟਾਫ ਦੇ ਪਾਲ ਰਹੇ ਸੀ। ਪਰ ਇਹਨਾਂ ਨੂੰ ਇਹ ਚਾਹੀਦਾ ਸੀ ਜਦੋਂ ਸਰਕਾਰ ਨੇ ਕਮੇਟੀ ਬਣਾਤੀ, ਮੀਟਿੰਗਾਂ ਹੋਈਆਂ, ਜਿਵੇਂ ਜਿਵੇਂ ਸਮਾਂ ਵੱਧ ਉਹ ਚੀਜ਼ਾਂ ਨੂੰ ਹੱਲ ਕਰ ਲੈਂਦਾ। ਜਦ ਕਿ ਆਪ ਮੰਨੀ ਜਾ ਰਹੇ ਆ ਵੀ 9ਵੇਂ ਮਹੀਨੇ ਦੇ ਵਿੱਚ ਵੀ ਅਸੀਂ ਗੱਦੇ ਖਰੀਦ ਰਹੇ ਹਾਂ, ਚਾਦਰਾਂ ਖਰੀਦ ਰਹੇ ਹਾਂ, ਫਿਰ ਇਹਨਾਂ ਕੋਲੇ ਬੋਤਲ ਲਾਉਣ ਵਾਲੇ ਸਟੈਂਡ ਹੈ ਨਹੀਂ, ਫਿਰ ਇਹਨਾਂ ਕੋਲੇ ਮਤਲਬ ਜਿਹੜੀਆਂ ਲਾਈਟਾਂ ਜਦੋਂ ਮਤਲਬ ਜਿਹੜੀਆਂ ਐਮਰਜੈਂਸੀ ਦੇ ਵਿੱਚ ਟਾਂਕੇ ਲਾਉਣੇ ਆ, ਮੋਬਾਈਲ ਜਗਾ ਕੇ ਤਾਂ ਡਾਕਟਰ ਉੱਥੇ ਟਾਂਕੇ ਲਾਉਂਦੇ ਆ। ਐਮਰਜੈਂਸੀ ਦਾ ਬੁਰਾ ਹਾਲ ਆ, ਤੁਸੀਂ ਕਿਤੇ ਜਾ ਕੇ ਵੇਖੋ। ਤੇ ਫਿਰ ਪ੍ਰਬੰਧ ਕਿਹਨੇ ਸੁਧਾਰਨੇ? ਕਿਉਂਕਿ ਇਹ ਤਾਂ ਖੁਦ ਮੁਖਤਿਆਰ ਸੰਸਥਾ, ਤੇ ਸਾਰਾ ਜਿੰਨਾ ਵੀ ਰਿਮੋਟ ਕੰਟਰੋਲ ਉਹ ਵੀਸੀ ਦੇ ਹੱਥ 'ਚ ਆ। ਜੇ ਵੀਸੀ ਉੱਥੇ ਚਾਹਵੇ ਤਾਂ ਪੱਤਾ ਨਹੀਂ ਹਿੱਲ ਸਕਦਾ, ਤੇ ਉਹ ਹਿੱਲਣ ਵੀ ਨਹੀਂ ਦਿੱਤਾ ਇਹਨੇ। ਹਸਪਤਾਲ ਦਾ ਜਮਾ ਪੱਠਾ ਬਿਠਾਤਾ। ਇੱਕ ਗੱਲ ਦਾ ਇੱਥੇ ਲੋਕ ਜਿਹੜਾ ਤੁਸੀਂ ਕਹਿੰਦੇ ਦੁੱਖ, ਉਹ ਇਹ ਗੱਲ ਦਾ ਮਨਾ ਰਿਹਾ, ਕਹਿੰਦੇ ਕਿ 12 ਪੜ੍ਹਿਆ ਬੰਦਾ ਮੰਤਰੀ ਤੇ ਇੱਕ ਐਡੇ ਵੱਡੇ ਡਾਕਟਰ ਦੇ ਉੱਤੇ ਨਾਲ ਅਜਿਹਾ ਵਿਹਾਰ ਕਰਦਾ, ਕੋਈ ਚੰਗੀ ਗੱਲ ਹੈ ਕਹਿੰਦੇ ਲੋਕਾਂ ਸਾਹਮਣੇ? ਜਿਹੜੇ ਲੋਕਾਂ ਨੂੰ ਵੀਸੀ ਸਾਹਿਬ ਦੀ ਜਾਂ ਮੰਤਰੀ ਸਾਹਿਬ ਦੀ ਪੜ੍ਹਾਈ ਦਾ ਦੁੱਖ ਆ, ਮੈਂ ਉਹਨਾਂ ਨੂੰ ਪੁੱਛਣਾ ਚਾਹੁੰਦਾ, ਜਿਹੜੇ ਸਾਡੇ ਹਜ਼ਾਰਾਂ ਮਰੀਜ਼ ਮਰ ਗਏ, ਜਿਹੜੇ ਅੱਜ ਤੜਫ ਰਹੇ ਨੇ ਉੱਥੇ ਦੁਰਪ੍ਰਬੰਧਾਂ ਕਰਕੇ, ਤੇ ਉਹਨਾਂ ਦੀ ਜ਼ਿੰਦਗੀ ਦਾ ਕਿਸੇ ਨੂੰ ਦੁੱਖ ਨਹੀਂ। ਇਹਨੂੰ ਕਿਹਨੇ ਅਧਿਕਾਰ ਦਿੱਤਾ ਪੜ੍ਹ ਲਿਖ ਕੇ ਵੀ ਤੁਸੀਂ ਲੋਕਾਂ ਦੀ ਜ਼ਿੰਦਗੀ ਨਾਲ ਖਿਲਵਾੜ ਕਰੋ? ਮੈਂ ਉਹਨਾਂ ਨੂੰ ਸਵਾਲ ਕਰਦਾ, ਤੁਸੀਂ ਕਿਤੇ ਆ ਕੇ ਦੇਖੋ, ਫਿਰ ਤੁਹਾਨੂੰ ਲੋਕ ਪੁੱਛਣਗੇ ਵੀ ਚੰਡੀਗੜ੍ਹ ਬੈਠੇ ਠੀਕ ਹੈ, ਤੁਹਾਡੇ ਵਾਸਤੇ 2 ਤਰ੍ਹਾਂ ਦੀ ਕੈਟਾਗਰੀ, ਅਮੀਰ ਲੋਕਾਂ ਦੀ ਤੇ ਪੜ੍ਹੇ ਲਿਖੇ ਲੋਕਾਂ ਦੀ ਕੈਟਾਗਰੀ ਇੱਕ ਆ, ਕਿਰਤੀ ਲੋਕਾਂ ਦੀ ਕੈਟਾਗਰੀ ਇੱਕ ਆ। ਜਿਹੜੇ ਅਸੀਂ ਪੇਂਡੂ ਖੇਤਰ 'ਚ ਰਹਿਣ ਵਾਲੇ ਸਧਾਰਨ ਲੋਕ ਆ, ਭਾਵੇਂ ਦੁਕਾਨਦਾਰ ਆ, ਮਜ਼ਦੂਰ ਆ, ਕਿਸਾਨ ਆ ਜਾਂ ਮੁਲਾਜ਼ਮ ਨੇ, ਇਹ ਕੈਟਾਗਰੀ ਹੋਰ ਆ। ਜਿਹੜੀ IPS ਮਤਲਬ ਉੱਤੇ ਤੇ ਹਰ ਰਾਜਨੀਤਿਕ ਪਾਰਟੀ MLA ਤੋਂ ਲੈ ਕੇ ਜਿੰਨੇ ਵੀ ਲੀਡਰ ਆ, ਉਹਨਾਂ ਦੀ ਲੌਬੀ ਇੱਕ ਆ, ਉਹਨਾਂ ਦੇ ਫੋਨ ਤੇ ਕੰਮ ਹੁੰਦੇ ਆ, ਉਹਨਾਂ ਦੀ ਆਓ ਭਗਤ ਵੱਧ ਹੁੰਦੀ ਆ। ਉਹਨਾਂ ਨੇ ਏਸੀ ਕਮਰੇ ਜਦੋਂ ਆਉਣਾ, ਏਸੀ ਕਮਰੇ 'ਚ ਬੈਠ ਕੇ ਵੀਸੀ ਸਾਹਿਬ ਨੂੰ ਮਿਲਣਾ, ਚਾਹ ਪਾਣੀ ਬਹੁਤ ਵਧੀਆ ਮਿਲਣਾ, ਠੰਡੀ ਹਵਾ ਮਿਲਣੀ ਆ, ਇੱਜ਼ਤ ਮਾਣ ਮਿਲਣਾ, ਉਹਦੇ ਭਾਅ ਦਾ ਤੇ ਇਹ ਰੱਬ ਆ। ਤੇ ਜਿਹੜੇ ਵਿਲਕਦੇ ਪਏ ਆ ਥੀਏਟਰ ਦੇ ਵਿੱਚ, ਡਾਕਟਰ ਆਪ ਬੇਹੋਸ਼ ਹੋ ਜਾਂਦੇ ਆ ਗਰਮੀ ਦੇ ਵਿੱਚ। ਤੁਸੀਂ ਦੇਖੋ ਜਦੋਂ ਏਸੀ ਨਹੀਂ ਚੱਲਦੇ, ਜਿਹੜਾ ਡਾਕਟਰ ਆਪ ਬੇਹੋਸ਼ ਹੋਊਗਾ ਗਰਮੀ ਦੇ ਵਿੱਚ, ਉਹ ਮਰੀਜ਼ ਦਾ ਇਲਾਜ ਕੀ ਕਰੂਗਾ? ਇਹ ਪ੍ਰਬੰਧ ਹਾਂ। ਤੇ ਵੀਸੀ ਹੈਲਥ ਸਾਇੰਸ ਯੂਨੀਵਰਸਿਟੀ ਆ, ਤੇ ਇਹਦੇ ਮਤਲਬ ਥੀਏਟਰ ਹੀ ਨਹੀਂ ਚਾਹੀਦਾ। ਹੁਣ ਨਵਾਂ ਥੀਏਟਰ ਬਣਾ ਰਹੇ, ਕਹਿੰਦੇ 15 ਅਗਸਤ ਨੂੰ ਚਲਾਉਣਾ। ਜਿਹੜੇ ਪਹਿਲਾਂ ਸਾਲ ਦੇ ਰੌਲਾ ਪਾ ਰਹੇ ਆ, ਜਿਹੜੇ ਲੋਕ ਉੱਥੋਂ ਆਪਰੇਸ਼ਨ ਹੋਇਆ, ਜਿਨ੍ਹਾਂ ਨੂੰ ਇਨਫੈਕਸ਼ਨ ਹੋਈ, ਉਹਨਾਂ ਦਾ ਕੌਣ ਜ਼ਿੰਮੇਵਾਰ ਆ? ਫਿਰ ਪੜ੍ਹਾਈ ਨੂੰ ਕੀ ਕਰਨਾ? ਗੱਲ ਤਾਂ ਇਹ ਆ ਵੀ ਜੋ ਲੋਕਾਂ ਦੀ ਗੱਲ ਕੀਤੀ ਆ ਮੰਤਰੀ ਸਾਹਿਬ ਨੇ, ਬਿਲਕੁਲ ਸਹੀ ਕੀਤੀ ਆ। ਮੈਂ ਸਾਰੀਆਂ ਕਿਸਾਨ, ਮਜ਼ਦੂਰ, ਮੁਲਾਜ਼ਮ, ਵਿਦਿਆਰਥੀ ਜੋ ਪਹਿਲਾਂ ਮੈਡੀਕਲ ਲਈ ਸੰਘਰਸ਼ ਕਰ ਰਹੀਆਂ, ਉਹਨਾਂ ਨੂੰ ਬੇਨਤੀ ਕਰਦਾ ਵੀ ਅਸੀਂ ਇਸ ਸਹੀ ਫੈਸਲੇ ਦਾ ਡਟ ਕੇ ਸਾਥ ਦਈਏ, ਤੇ ਜਿਹੜਾ ਕਰਪਸ਼ਨ ਕਰਦੇ ਲੋਕ ਆ ਕਿਸੇ ਵੀ ਖੇਤਰ 'ਚ ਉਹਦਾ ਡਟ ਕੇ ਵਿਰੋਧ ਕਰੀਏ। ਅੱਛਾ, ਤੁਸੀਂ ਕਾਫੀ ਲੰਮੇ ਸਮੇਂ ਤੋਂ ਜੁੜੇ ਹੋਏ ਹੋ। ਕੈਂਸਰ ਰੋਕੂ ਸੇਵਾ ਸੁਸਾਇਟੀ ਵੀ ਹੈ ਤੁਹਾਡੀ, ਭਾਈ ਕਨ੍ਹੱਈਆ ਕੈਂਸਰ ਰੋਕੂ। ਕੈਂਸਰ ਦੇ ਮਰੀਜ਼ਾਂ ਦਾ ਇੱਥੇ ਕੀ ਹਾਲ ਹੁੰਦਾ? ਕੈਂਸਰ ਦੇ ਕਿਉਂਕਿ ਸਭ ਤੋਂ ਵੱਡੀ ਤੇ ਭਿਆਨਕ ਬਿਮਾਰੀ ਤੇ ਸਭ ਤੋਂ ਵੱਡੀ ਗਿਣਤੀ 'ਚ ਜਿਹੜਾ ਮਾਲਵਾ ਗ੍ਰਸਤ ਆ ਉਹਦੇ ਨਾਲ, ਉਹਨਾਂ ਦੇ ਮਰੀਜ਼ਾਂ ਦਾ ਇੱਥੇ ਕਿਹੋ ਜਿਹਾ ਵਿਹਾਰ ਤੇ ਕਿਹੋ ਜਿਹਾ ਹਾਲ ਹੁੰਦਾ? ਦੇਖੋ, ਜਿਹੜੇ ਹਸਪਤਾਲ ਦੇ ਦੁਰਪ੍ਰਬੰਧ ਆ, ਜਥੇਬੰਦੀਆਂ ਆ ਫਾਈਲ ਇਸੇ ਦੇ ਹਸਪਤਾਲ ਦੀ ਐਡੀ ਫਾਈਲ, ਜਦੋਂ ਜਥੇਬੰਦੀਆਂ ਜਾਂਦੀਆਂ ਸਾਰੀਆਂ ਦੱਸਦੇ ਆ, ਜਦ ਕਿ ਇਹਨਾਂ ਦੇ ਸੁਪਰਡੈਂਟ, ਮੈਡੀਕਲ ਸੁਪਰਡੈਂਟ ਕਾਹਦੇ ਵਾਸਤੇ ਰੱਖੇ ਆ? ਉਹ ਹਸਪਤਾਲ ਦੇ ਪ੍ਰਬੰਧ ਦੇਖਣੇ ਨਹੀਂ ਉਹਨਾਂ ਦਾ ਫਰਜ਼ ਬਣਦਾ। ਕੈਂਸਰ ਵਿਭਾਗ ਦੇ ਸਾਰਿਆਂ ਨਾਲੋਂ ਵੱਡਾ ਇਹ ਆਪਣਾ ਸੈਂਟਰ ਆ। ਕੈਂਸਰ ਵਿਭਾਗ ਹੋਰ ਕੁਝ ਮਹੀਨੇ ਤੱਕ ਬੰਦ ਹੋ ਜਾਣਾ ਜਿਸ ਤਰੀਕੇ ਦੇ ਹਾਲਾਤ ਆ। MRI ਲੋੜ ਹੁੰਦੀ ਕੈਂਸਰ ਮਰੀਜ਼ ਨੂੰ, ਉਹ ਬੰਦ ਪਈ ਆ। ਉਹਦੀ 10 ਸਾਲ ਤੋਂ ਮਿਆਦ ਹੋ ਗਈ। ਪੈਟ ਸਕੈਨ ਦੀ ਮਿਆਦ ਖਤਮ ਹੋ ਰਹੀ ਹੈ, ਜਿਹੜਾ ਮਹਿੰਗਾ ਟੈਸਟ ਹੁੰਦਾ। ਬਾਹਰ 25,000 ਦਾ ਹੋਊਗਾ, ਅੰਦਰ 14-15,000 12,000 ਦਾ ਹੋ ਸਕਦਾ।
ਜਿਹੜੀਆਂ ਕੈਂਸਰ ਦੇ ਸੇਕੇ ਲਾਉਣ ਵਾਲੀਆਂ ਮਸ਼ੀਨਾਂ ਉਹ 10 ਸਾਲ ਦੀ ਮਿਆਦ ਪੂਰੀ ਕਰ ਚੁੱਕੀਆਂ, ਉਹਦਾ ਪ੍ਰੋਸੈਸ ਨਹੀਂ ਚੱਲਿਆ। ਜਿਸ ਦਿਨ 10 ਸਾਲ ਤੋਂ ਬਾਅਦ ਉਹ ਮਸ਼ੀਨਾਂ ਸਮਾਂ ਹੋ ਗਿਆ, ਉਹ ਮਸ਼ੀਨਾਂ ਖਰਾਬ ਹੋਈਆਂ ਰਹੀਆਂ ਨੇ, ਉਹਦਾ ਪਾਰਟ ਸਪੇਅਰ ਪਾਰਟ ਨਹੀਂ ਮਿਲਣਾਗਾ ਤੇ ਉਹ ਸੈਂਟਰ ਫਿਰ ਬੰਦ ਹੋ ਜਾਣਾ। ਤੇ ਇਹਨਾਂ ਦੀ ਜਦੋਂ ਰਹਿੰਦੇ ਸਮੇਂ ਕਿਉਂ ਨਹੀਂ ਮਤਲਬ ਵੀ ਉਹਦੀ ਕਾਰਵਾਈ ਸ਼ੁਰੂ ਕਰ ਦੇਗੇ ਵੀ ਇਹ ਮਸ਼ੀਨਾਂ ਦਾ ਫੰਡ ਦਾ ਬੰਦੋਬਸਤ ਭਾਵੇਂ ਕੇਂਦਰ ਨੇ ਦੇਣਾ ਹੋਵੇ, ਯੂਨੀਵਰਸਿਟੀ ਨੇ ਦੇਣਾ ਹੋਵੇ, ਪੰਜਾਬ ਸਰਕਾਰ ਨੇ ਦੇਣਾ ਹੋਵੇ, ਤੇ ਇਹਦਾ ਹਸਪਤਾਲ ਦਾ ਜਮਾ ਪੱਠਾ ਬੈਠ ਜਾਣਾ। ਵੀਸੀ ਸਾਹਿਬ ਇਹੀ ਸੀ ਵੀ ਮੇਰੇ ਤੇ ਰਾਜਨੀਤਿਕ ਲੋਕਾਂ ਦੀ ਛਤਰ ਛਾਇਆ ਜਿਨ੍ਹਾਂ ਦੇ ਸਿਰ ਤੇ ਤੜ ਰਿਹਾ ਸੀ ਤੇ ਉਹ ਸਿੱਧ ਹੋ ਰਿਹਾ। ਜਿਹੜੇ ਚੰਡੀਗੜ੍ਹ ਬੈਠੇ ਆ ਉਹਨਾਂ ਨੂੰ ਫਰੀਦਕੋਟ ਵਾਲੇ, ਫਿਰੋਜ਼ਪੁਰ ਵਾਲੇ, ਮੋਗੇ ਵਾਲੇ, ਮਾਨਸਾ, ਬਠਿੰਡਾ, ਤਰਨ ਤਾਰਨ, ਸੰਗਰੂਰ, ਬਰਨਾਲਾ, ਜਗਰਾਉਂ ਵਾਲੇ ਮਰੀਜ਼ਾਂ ਦਾ ਕੋਈ ਦੁੱਖ ਨਹੀਂ। ਜਿਹੜੇ ਹਜ਼ਾਰਾਂ ਲੋਕ ਆ ਰਹੇ ਆ ਉਹਨਾਂ ਨੂੰ ਫਿਕਰ ਇੱਕੋ ਬੰਦੇ ਦਾ, ਜਿਹੜਾ ਉਹਨਾਂ ਨੂੰ ਚਾਹ ਪਿਆਉਂਦਾ ਤੇ ਕਾਜੂ ਖਵਾਉਂਦਾ, ਬਿਸਕੁਟ ਖਵਾਉਂਦਾ। ਤੇ ਮੈਂ ਖੁੱਲ੍ਹਾ ਸੱਦਾ ਦਿੰਦਾ ਵੀ ਜਿਹੜਾ ਵੀ ਇਸ ਹਸਪਤਾਲ ਦੇ ਪ੍ਰਬੰਧਾਂ ਤੇ ਗੱਲ ਕਰਨੀ ਚਾਹੁੰਦਾ, ਖੁੱਲ੍ਹਾ ਸੱਦਾ ਨਿਮਰਤਾ ਸਹਿਤ ਆਓ, ਬੈਠ ਕੇ ਤੁਸੀਂ ਸਾਡੀ ਦੁੱਖ ਤਕਲੀਫ ਸੁਣੋ। ਜਿਹੜੀ ਪਿਛਲੇ 9 ਸਾਲਾਂ 2014 ਤੋਂ ਵੀਸੀ ਸਾਹਿਬ ਦੇ ਨਾਲ ਹਰ ਵਿਸ਼ੇ ਤੇ ਅਸੀਂ ਗੱਲ ਕਰਦੇ ਆ ਰਹੇ ਹਾਂ ਤੇ ਉਸ ਸਮੇਂ ਹਸਪਤਾਲ ਦਾ ਹਾਲਾਤ ਤੇ ਅੱਜ ਦੇ ਹਸਪਤਾਲ ਖੰਡਰ ਬਣ ਚੁੱਕੇ ਹਸਪਤਾਲ ਦਾ ਹਾਲਾਤ ਸਿਰਫ ਜ਼ਿੰਮੇਵਾਰ ਵਾਈਸ ਚਾਂਸਲਰ ਸਾਹਿਬ ਆ। ਤੇ ਇਸ ਕਰਕੇ ਸਰਕਾਰ ਨੂੰ ਜਿਹੜੀਆਂ ਇਹਨਾਂ ਨੇ ਗੈਰ ਕਾਨੂੰਨੀ ਨਿਯੁਕਤੀਆਂ ਕੀਤੀਆਂ, ਇਹਨਾਂ ਨੇ ਦੇਖੋ ਮਤਲਬ ਜਾਲੀ ਨਿਯੁਕਤੀਆਂ ਕੀਤੀਆਂ। ਜਿਹੜੇ ਬੱਚਿਆਂ ਨੇ ਇਸ਼ਤਿਹਾਰ 25 ਦਾ ਕੱਢਿਆ ਸਰਕਾਰ ਨੇ, ਇਹ ਯੂਨੀਵਰਸਿਟੀ ਨੇ ਸੌਰੀ ਇਸ਼ਤਿਹਾਰ ਕੱਢਿਆ ਆਹ 25 ਮਤਲਬ ਸਟਾਫ ਨਰਸਾਂ ਰੱਖਣ ਦਾ, ਠੀਕ ਆ, ਰੱਖੀਆਂ ਇਹਨਾਂ ਨੇ 28। 3 ਕੁੜੀਆਂ ਕਿਸੇ ਰਾਜਨੀਤਿਕ ਵੱਡੇ ਆਗੂ ਦੇ ਕਹਿਣ ਤੇ ਬਿਨਾਂ ਪੇਪਰ ਦਿੱਤਿਆਂ, ਬਿਨਾਂ ਹੁਨਰ ਟੈਸਟ, ਇਸ ਮੈਰਿਟ ਲਿਸਟ 'ਚ ਨਾ ਹੈ ਨਹੀਂ ਯੂਨੀਵਰਸਿਟੀ ਦੀ ਤੇ ਨਿਯੁਕਤੀ ਪੱਤਰ ਦੇਤੇ। ਜਦੋਂ ਮਹੀਨੇ ਡੇਢ ਮਹੀਨੇ ਪਿੱਛੇ ਰੌਲਾ ਪਿਆ, ਮਹੀਨੇ ਤਨਖਾਹ ਦੇ ਕੇ ਉਹਨਾਂ ਨੂੰ ਰਿਲੀਵ ਕਰਤਾ। ਜਾਂ ਤਾਂ ਵੀਸੀ ਸਾਹਿਬ ਰੱਖਣ ਵੇਲੇ ਗਲਤ ਸੀ ਜਾਂ ਕੱਢਣ ਵੇਲੇ। ਇਹ ਕਿਹਨੇ ਅਧਿਕਾਰ ਦਿੱਤਾ? ਪੜ੍ਹ ਲਿਖ ਕੇ ਤੁਸੀਂ ਸਰਕਾਰੀ ਨਿਯਮਾਂ ਦੀਆਂ ਧੱਜੀਆਂ ਡਾਓ, ਫਿਰ ਜਾਲੀ ਰਿਟਰਨਸ਼ਿਪਾਂ ਲੱਗਦੀਆਂ। ਇਹਨਾਂ ਦੇ ਜਿਹੜੇ ਅਧਿਕਾਰੀ ਅੰਦਰ ਬੈਠੇ ਨੇ, ਜਿਹੜੇ ਅੱਜ ਗੁਣਗਾਨ ਗਾ ਰਹੇ ਆ ਵੀਸੀ ਦੇ ਜਾਂ ਲੀਡਰ, ਇਹਨਾਂ ਦੇ ਚਹੇਤਿਆਂ ਦੇ ਬੱਚਿਆਂ ਦੀਆਂ ਜਾਲੀ ਰਿਟਰਨਸ਼ਿਪਾਂ ਲੱਗਦੀਆਂ। ਜਿਹਦੀ ਇੱਕ ਅਸੀਂ ਮਿਸਾਲ ਫੜੀ ਆ ਇੱਥੋਂ ਦੇ ਕੋਈ ਅਧਿਕਾਰੀ ਦੀ। ਉਹ ਕੀ ਸੀਗਾ ਵੀ ਘਰੇ ਬੈਠਾ ਕਰੋਨਾ ਦੇ ਵਿੱਚ ਰਿਟਰਨਸ਼ਿਪ ਉਹਦੀ ਲੱਗੀ ਜਾ ਰਹੀ ਆ, ਹਾਜ਼ਰੀਆਂ ਹੈ ਜੀ, ਤੇ ਆਦੀ ਇਨਕੁਆਰੀ ਹੋਈ ਆ, ਹਾਜ਼ਰੀਆਂ ਉਹਦੀਆਂ ਲੱਗੀ ਜਾ ਰਹੀਆਂ ਤੇ ਉਹ ਇੱਕ ਦਿਨ ਵੀ ਹਸਪਤਾਲ ਦੇ ਵਿੱਚ ਆਇਆ ਨਹੀਂ ਸੀਗਾ। ਤੇ ਜਿਹੜੇ ਹੋਰ MBBS ਕਰ ਰਹੇ ਬੱਚੇ ਆ, ਉਹਨਾਂ ਤੇ ਡਬਲ ਡਿਊਟੀ ਲਈ ਜਾ ਰਹੀ ਸੀ ਵਿਚਾਰਿਆਂ ਤੋਂ। ਇਹ ਘਰੇ ਬੈਠ ਕੇ ਪੜ੍ਹਾਈਆਂ ਕਰਨ, ਜਾਲੀ ਰਿਟਰਨਸ਼ਿਪਾਂ ਲਵਾਉਣ, ਉਹਦਾ ਵੀਸੀ ਦੇ ਹੱਕ 'ਚ ਖੜਨਗੇ। ਹੁਣ ਸਾਨੂੰ ਪਤਾ ਵੀ ਲੀਡਰ ਕਿਵੇਂ ਫੋਨ ਕਰਕੇ ਤੋਂ ਗਲਤ ਕੰਮ ਲੈਂਦੇ ਰਹੇ ਆ। ਉਹਨਾਂ ਵਾਸਤੇ ਤਾਂ, ਲੀਡਰਾਂ ਵਾਸਤੇ ਤਾਂ ਬਹੁਤ ਹੀ ਨੇਕ, ਬਹੁਤ ਹੀ ਇਮਾਨਦਾਰ, ਬਹੁਤ ਹੀ ਸੁਚੱਜਾ ਡਾਕਟਰ ਆ। ਪਰ ਜਿਹੜੇ ਮਰ ਰਹੇ ਆ ਉਹਨਾਂ ਦੇ ਪਰਿਵਾਰਾਂ ਨੂੰ, ਇਹਨਾਂ ਕਿਸੇ ਦੇ ਲੀਡਰ ਨੂੰ ਸਾਰ ਨਹੀਂ। ਇਹਨਾਂ ਨੂੰ ਰਾਜਨੀਤੀ ਆਉਂਦੀ ਆ। ਮੇਰਾ ਕਿਸੇ ਰਾਜਨੀਤਿਕ ਪਾਰਟੀ ਨਾਲ ਸੰਬੰਧ ਨਹੀਂ। ਜੇ ਸਰਦਾਰ ਪ੍ਰਗਟ ਸਿੰਘ ਨੇ ਮੱਤੇਵਾੜੇ ਜੰਗਲ ਦੇ ਹੱਕ ਵਿੱਚ ਖੜਾ, ਅਸੀਂ ਉਹਦਾ ਸਵਾਗਤ ਕੀਤਾ। ਖਹਿਰਾ ਸਾਹਿਬ ਖੜੇ, ਉਹਦਾ ਸਵਾਗਤ ਕੀਤਾ। ਤੇ ਅੱਜ ਇਹ ਬੰਦੇ ਲੋਕਾਂ ਦੇ ਜਿਹੜੇ ਤਕਲੀਫ ਨੂੰ ਨਹੀਂ ਸਮਝਿਆ। ਇਹਨਾਂ ਨੇ ਸਿਰਫ ਦੂਜੀ ਰਾਜਨੀਤੀ ਕਰ ਲਈ, ਮਤਲਬ ਸਰਕਾਰ ਨੂੰ ਘੇਰਨ ਦੀ ਖਾਤਰ। ਹੋਰ ਮੁੱਦੇ ਬਹੁਤ ਨੇ। ਪਰ ਤੁਸੀਂ ਫਰੀਦਕੋਟ ਹਸਪਤਾਲ ਜਾ ਕੇ ਤਾਂ ਦੇਖੋ, ਖਹਿਰਾ ਸਾਹਿਬ ਨੂੰ, ਮੇਰੇ ਕੋਈ ਦੋਸਤ ਆ ਖਹਿਰਾ ਸਾਹਿਬ ਦੇ ਸੰਪਰਕ 'ਚ, ਮੈਂ ਉਹਨਾਂ ਨੂੰ ਕਿਹਾ ਵੀ ਲਿਆਓ ਇਹਨਾਂ ਨੂੰ ਮੈਡੀਕਲ ਦਿਖਾਈਏ। ਉਦੋਂ ਤਾਂ ਇਹਨਾਂ ਕੋਲ ਟਾਈਮ ਹੈ ਨਹੀਂਗਾ ਸਾਰਿਆਂ ਕੋਲੇ। ਮਤਲਬ ਇੱਕ ਨੈਗੇਟਿਵਿਟੀ ਨਹੀਂ ਚਾਹੀਦੀ ਵੀ ਜਿੱਥੇ ਕੋਈ ਗਲਤ ਹੈ ਤਾਂ ਗਲਤ, ਜਿੱਥੇ ਸਹੀ ਹੈ ਤਾਂ ਸਹੀ। ਜਦੋਂ ਇਹ ਲੋਕ ਆਉਣਗੇ ਫਰੀਦਕੋਟ ਦੀ ਧਰਤੀ ਤੇ, ਅਸੀਂ ਜਥੇਬੰਦੀਆਂ ਬਤੌਰ ਇਹਨਾਂ ਨੂੰ ਫੜ ਕੇ ਹਸਪਤਾਲ 'ਚ ਲੈ ਕੇ ਜਾਵਾਂਗੇ। ਆਓ ਦੇਖੋ, ਤੇ ਉਹਨਾਂ ਪਰਿਵਾਰਾਂ ਨੂੰ ਮਿਲਾਵਾਂਗੇ ਜਿਨ੍ਹਾਂ ਦੇ ਜੀ ਦੁਰਪ੍ਰਬੰਧਾਂ ਕਰਕੇ ਇਸ ਧਰਤੀ ਤੋਂ, ਇਸ ਮਤਲਬ ਦੁਨੀਆ ਤੋਂ ਚਲੇ ਗਏ ਆ। ਵੀ ਇੱਕ ਬੰਦੇ ਵਿਸ਼ੇਸ਼ ਦੀ ਇੱਜ਼ਤ ਦਾ ਸਵਾਲ ਆ ਤੇ ਹਜ਼ਾਰਾਂ ਲੋਕਾਂ ਦੇ ਪਰਿਵਾਰਾਂ ਦੀ ਜ਼ਿੰਦਗੀ ਦਾ ਕੋਈ ਸਵਾਲ ਨਹੀਂਗਾ। ਵੱਡੀ ਗੱਲ ਹੈ। ਇਹ ਕਿੰਨੇ ਮੇਰੇ ਪੇਸ਼ੈਂਟ ਹਰ ਰੋਜ਼, ਚੰਦ ਸਾਹਿਬ ਅੰਦਾਜ਼ਾ ਕਿੰਨੇ ਪੇਸ਼ੈਂਟ ਹਰ ਰੋਜ਼ ਇੱਥੇ ਇਲਾਜ ਲਈ ਆਉਂਦੇ ਆ, ਤੇ ਕਿੰਨੇ ਕੁ ਪੇਸ਼ੈਂਟਾਂ ਨੂੰ ਜਿਹੜਾ ਇੱਥੇ ਦੁਰਪ੍ਰਬੰਧਾਂ ਕਰਕੇ ਵਿਚਾਰਿਆਂ ਨੂੰ ਇੱਥੋਂ ਚਲੇ ਜਾਣਾ ਪੈਂਦਾ ਜਾਂ ਜਾਣ ਗਵਾਉਣੀ ਪੈਂਦੀ? ਦੇਖੋ, ਪਿਛਲੇ ਦਿਨੀ ਇੱਕ ਦੇਖਿਆ ਵੀ ਕਿਸੇ ਬੱਚਾ ਜਨਮਿਆ, ਉਹ ਭੁੰਜੇ ਪਿਆ, ਅੰਦਰ ਬੈੱਡ ਹੀ ਹੈ ਨਹੀਂ। ਇੱਕ ਬੈੱਡ ਤੇ 2-2 ਬੱਚੇ ਆ ਜਨਮੇ ਜਿਹੜੇ ਆ, ਹੈ ਜੀ। ਤੇ ਮਤਲਬ ਹਜ਼ਾਰਾਂ ਦੀ ਗਿਣਤੀ 'ਚ 7 ਜ਼ਿਲ੍ਹਿਆਂ ਤੋਂ ਮਰੀਜ਼ ਆ ਰਹੇ ਆ। ਇੱਥੇ ਰਾਜਸਥਾਨ ਤੇ ਹਰਿਆਣੇ ਤੋਂ ਮਰੀਜ਼ ਆ ਰਹੇ ਆ, ਇਕੱਲੇ ਫਰੀਦਕੋਟ ਦੇ ਮਤਲਬ ਮਾਲਵੇ ਦੇ ਨਹੀਂ, ਲੁਧਿਆਣੇ ਤੱਕ ਮਰੀਜ਼, ਪੱਟੀ, ਤਰਨਤਾਰਨ, ਫਾਜ਼ਿਲਕਾ, ਫਿਰੋਜ਼ਪੁਰ, ਮੋਗਾ, ਮੁਕਤਸਰ, ਬਠਿੰਡਾ, ਸੰਗਰੂਰ, ਮਾਨਸਾ, ਬਠਿੰਡਾ, ਸਰਦੂਲਗੜ੍ਹ, ਸਾਰੇ ਲੋਕ ਇੱਥੇ ਆ ਰਹੇ ਆ। ਜਦੋਂ ਇੱਥੇ ਪ੍ਰਬੰਧ ਨਹੀਂ ਹੁੰਦੇ, ਉਹ ਵਿਚਾਰੇ ਫਿਰ ਰੈਫਰ ਹੁੰਦੇ ਆ, ਪ੍ਰਾਈਵੇਟ 'ਚ ਲੁੱਟੀ ਦੇ ਆ, ਉਹਨਾਂ ਦੀ ਆਰਥਿਕ ਤਬਾਹੀ ਹੁੰਦੀ ਆ। ਜਿਹੜੇ ਕੋਲੇ ਪੈਸਾ ਨਹੀਂ, ਉਹ ਵਿਚਾਰਾ ਇੱਥੇ ਟਾਈਮ ਪਾਸ ਕਰਦਾ, ਜਾਂ ਜੀ ਬਚ ਗਿਆ ਜਾਂ ਮਰ ਗਿਆ, ਉਹ ਫਿਰ ਭਾਣਾ ਮੰਨ ਕੇ ਚਲਾ ਜਾਂਦਾ ਵੀ ਸਾਡੇ ਕਰਮਾਂ 'ਚ ਇਹ ਸੀਗਾ। ਪਰ ਸਿਸਟਮ ਨੂੰ ਸਾਡੇ ਗੰਦੀ ਰਾਜਨੀਤੀ ਨੇ ਭੱਠਾ ਬਿਠਾਇਆ, ਜਿਵੇਂ ਹੁਣ ਬਿਠਾ ਰਹੇ ਆ। ਕਿਤੇ ਪਹਿਲਾਂ ਲੀਡਰ ਬਿਆਨ ਤੋਂ ਨਹੀਂ, ਤੋਂ ਪਹਿਲਾਂ ਮੈਡੀਕਲ ਗੇੜਾ ਤਾਂ ਕੱਢ ਕੇ ਦੇਖ ਜਾਣ। ਇੱਕ ਜੇ ਵੀਸੀ ਸਾਹਿਬ ਤੇ ਤਰਸ, ਤੁਸੀਂ 2 ਮਿੰਟ ਉਸ ਬੈੱਡ ਤੇ ਪੈ ਕੇ ਦੇਖ ਲਓ, ਉਸ ਬਾਥਰੂਮ ਦੇ ਵਿੱਚ ਤੁਸੀਂ ਫਲੱਸ਼ ਜਾ ਕੇ ਆਓਗਾ, ਹੈ ਜੀ। ਕੋਈ ਹਸਪਤਾਲ ਦੇ ਵਿੱਚ ਭੋਰਾ ਵੀ ਕੱਖ ਨਹੀਂ ਗਾ। ਹੁਣ CT ਸਕੈਨ ਦੇ ਵਿੱਚ ਪਿਛਲੇ ਦਿਨੀ AC ਖਰਾਬ, ਅਸੀਂ ਰੌਲਾ ਪਾਇਆ, ਤੇ ਮੇਰੇ ਸਾਹਮਣੇ ਇੱਕ ਕੋਈ ਬੀਬੀ MRI ਹੋ ਰਹੀ ਸੀਗੀ, ਤੇ ਉਹ ਬੇਹੋਸ਼ ਹੋ ਗਈ ਮੇਰੇ ਸਾਹਮਣੇ। ਉੱਥੋਂ ਡਾਕਟਰਾਂ ਨੇ ਕੱਢੀ, ਉਹਨੂੰ ਐਮਰਜੈਂਸੀ ਲਗਾਈ, MRI ਵਿੱਚ ਹੀ ਰਹਿ ਗਈ। ਗਰਮੀ ਦੇ ਵਿੱਚ ਇੱਕ ਬੰਦ ਕਮਰੇ ਦੇ ਵਿੱਚ ਮਰੀਜ਼ ਨੂੰ, ਇੱਕ ਬਿਮਾਰ ਹੋਵੇ, ਦਵਾਈਆਂ ਲੱਗੀਆਂ ਹੋਣ, ਦੂਜਾ MRI ਦੇ ਵਿੱਚ ਪਿਆ ਹੋਵੇ ਤੇ ਬੇਹੋਸ਼ ਹੋ ਜੇ। ਹੁਣ ਉੱਥੇ ਡਾਕਟਰਾਂ ਨੂੰ ਕੀ ਦੋਸ਼ ਦੇਵਾਂਗੇ? ਪ੍ਰਬੰਧ ਤਾਂ ਅਸੀਂ ਤਾਂ ਉੱਥੋਂ ਦੇ ਪ੍ਰਬੰਧਕ VC ਦੇ ਹੱਥ 'ਚ ਆ ਨਾ। ਸੁਪਰਡੈਂਟ ਨੂੰ ਪਾਵਰ ਦੇ ਰਿਹਾ ਵੀ ਤੂੰ ਕਰਾ ਲਾ। ਉੱਥੋਂ ਦੀ ਪਰਚੇਜ ਕਮੇਟੀ ਇੰਨੀਆਂ ਗੇੜੇ ਕਢਾਉਂਦੀ ਹੈ, ਜਲੀਲ ਕਰਦੇ, ਉਹ ਅੱਕ ਕੇ ਕਹਿੰਦੇ ਖਸਮਾਂ ਨੂੰ ਖਾਓ, ਸਾਡੇ ਕਮਰੇ ਤੇ ਚੱਲਦੇ ਆ, ਫਿਰ ਮਰੀ ਜਾਣ ਮਰੀਜ਼।
ਇਹ ਕੁਝ ਹੋ ਰਿਹਾ ਭਾਈ ਸਾਹਿਬ। ਹੁਣ ਅਸਤੀਫਾ ਦਿੱਤਾ ਉਹਨਾਂ ਨੇ, ਤੁਹਾਡੇ ਹਿਸਾਬ ਨਾਲ ਸਰਕਾਰ ਨੂੰ ਪ੍ਰਵਾਨ ਕਰਨਾ ਚਾਹੀਦਾ ਜੇ ਨਾ? ਵੀਸੀ ਸਾਹਿਬ ਨੂੰ ਜੇ ਪ੍ਰਬੰਧ ਨਹੀਂ ਚੱਲਦੇ ਸੀ, ਜਦੋਂ 15 ਮਾਰਚ 2021 ਨੂੰ ਸੋਨੀ ਸਾਹਿਬ ਨੇ ਝਿੜਕਿਆ ਸੀ ਇਹਨਾਂ ਨੂੰ ਇਸ ਪ੍ਰਬੰਧਾਂ ਕਰਕੇ, ਜੇ ਨਹੀਂ ਸੰਭਲਦੇ ਅਸਤੀਫਾ ਤਾਂ ਉਦੋਂ ਹੀ ਦੇ ਦੇਣਾ ਚਾਹੀਦਾ, 1.5 ਸਾਲ ਪਹਿਲਾਂ ਹੀ। ਤੇ ਬਹੁਤ ਵਧੀਆ ਕੀਤਾ ਵੀਸੀ ਸਾਹਿਬ, ਡਾਕਟਰ ਵਧੀਆ ਨੇ, ਉਹ ਚੁੱਪ ਕਰਕੇ ਮੋਹਾਲੀ ਰਹਿ ਕੇ ਲੋਕਾਂ ਦਾ ਇਲਾਜ ਕਰਨ, ਵੱਧ ਲੋਕਾਂ ਦਾ ਆਪਰੇਟ ਕਰਨਗੇ, ਫਾਇਦਾ ਹੋਏਗਾ। ਇੱਥੇ ਕੋਈ ਪੰਜਾਬ ਸਰਕਾਰ ਕੋਈ ਯੋਗ ਵਧੀਆ ਪ੍ਰਬੰਧਕ ਲਿਆਵੇ ਜਿਹੜਾ ਮੈਡੀਕਲ ਔਰ ਯੂਨੀਵਰਸਿਟੀ ਦਾ ਸੁਧਾਰ ਹੋਵੇ, ਤੇ ਮਾਲਵੇ ਦੇ 25 ਵਿਧਾਨ ਸਭਾ ਹਲਕੇ ਦੇ ਜਿਹੜੇ ਦੁਖੀ ਲੋਕ ਆ ਉਹਨਾਂ ਨੂੰ ਇੱਕ ਵਰਦਾਨ ਹੋਵੇ, ਕਿਉਂਕਿ ਨਾ ਗੁਰੂ ਗੋਬਿੰਦ ਸਿੰਘ ਆ, ਨਾ ਬਾਬਾ ਫਰੀਦ ਯੂਨੀਵਰਸਿਟੀ ਆ, ਨਾ ਸਾਡੇ ਉਹਨਾਂ ਮਹਾਂਪੁਰਸ਼ਾਂ ਤੇ ਸਾਡੇ ਗੁਰੂ ਸਾਹਿਬਾਨਾਂ ਭਗਤਾਂ ਦੇ ਨਾਂ ਤੇ ਆ, ਤੇ ਇੱਥੇ ਹੋ ਰਿਹਾ ਅਤਿਆਚਾਰ ਲੋਕਾਂ ਤੇ ਇਹ ਬਰਦਾਸ਼ਤ ਨਹੀਂ ਹੋਊਗਾ। ਜੇ ਗੁਰੂ ਗੋਬਿੰਦ ਸਿੰਘ ਹਸਪਤਾਲ ਦੇ ਨਾਂ ਇੱਥੇ ਜੋ ਆਵੇ ਸੋ ਰਾਜੀ ਜਾਵੇ, ਜੋ ਆਵੇ ਉਹ ਮਰੀਜ਼ ਜਿਹੜਾ ਉਹਦਾ ਵਾਰਸ, ਉੱਥੋਂ ਦੇ ਸਟਾਫ ਦਾ, ਉੱਥੋਂ ਦੇ ਪ੍ਰਬੰਧਕਾਂ ਦਾ, ਉੱਥੋਂ ਦੀ ਸਰਕਾਰ ਦਾ, ਸਾਰਿਆਂ ਦਾ ਸਵਾਗਤ ਕਰਦਾ ਜਾਵੇ, ਏਡੇ ਵਧੀਆ ਪ੍ਰਬੰਧ ਹੋਣ। ਤੇ ਜੇ ਇਸ ਤਰ੍ਹਾਂ ਦੇ ਪ੍ਰਬੰਧ ਆ ਫਿਰ ਤਾਂ ਬਾਈ ਜੀ ਭਾਵੇਂ ਵਾਈਸ ਚਾਂਸਲਰ ਆ, ਸੁਪਰਡੈਂਟ ਸਾਹਿਬ ਆ, ਭਾਵੇਂ ਸਰਕਾਰ ਆ, ਭਾਵੇਂ ਮੰਤਰੀ ਆ, ਭਾਵੇਂ ਐਮਐਲਏ, ਉਹ ਸਾਰੇ ਕਟਹਿਰੇ 'ਚ ਖੜੇ ਹੋਣਗੇ। ਤੇ ਜੇ ਇਹੀ ਹਾਲ ਰਿਹਾ ਤੇ ਜੇ ਸਖਤੀ ਤੋਂ ਬਿਨਾਂ ਸਖਤ ਸਟੈਂਡ ਰੱਖਣਾ ਚਾਹੀਦਾ ਸਰਕਾਰ ਨੂੰ। ਵੀਸੀ ਸਾਹਿਬ ਦਾ ਅਸਤੀਫਾ ਪ੍ਰਵਾਨ ਕਰਕੇ ਮੈਨੂੰ ਇਹ ਵੀ ਪਤਾ ਲੱਗਾ ਜਿਹੜੇ ਮਲਾਈਆਂ ਖਾਂਦੇ ਰਹੇ ਵੀਸੀ ਸਾਹਿਬ ਨਾਲ ਉਹ ਵੀ ਭੱਜਣ ਲੱਗੇ ਆ, ਪਰ ਭੱਜਣ ਨਹੀਂ ਦੇਣਾ ਚਾਹੀਦਾ। ਜਿਹੜੇ ਇਹਨਾਂ ਵੱਲੋਂ ਕੀਤੇ ਗਈਆਂ ਗੈਰ ਕਾਨੂੰਨੀ ਨਿਯੁਕਤੀਆਂ, ਗੈਰ ਕਾਨੂੰਨੀ ਖਰੀਦੋ ਫਰੋਖਤ, ਗੈਰ ਕਾਨੂੰਨੀ ਹੋਰ ਮਤਲਬ ਜਿਹੜੇ ਮੁਲਾਜ਼ਮ ਰੱਖੇ ਗਏ ਆ, ਸਾਰਿਆਂ ਦੀ ਜਾਂਚ ਹੋਵੇ, ਇਕੱਲੇ ਇਕੱਲੇ ਦੀ ਜਾਂਚ ਕਰਕੇ ਤੇ ਦੋਸ਼ੀਆਂ ਨੂੰ ਸਖਤ ਸਜ਼ਾ ਦਿੱਤੀਆਂ ਜਾਣ, ਇਕੱਲਾ ਐਂ ਨਾ ਅਸਤੀਫਾ ਦੇ ਕੇ ਭੱਜ ਜਾਣ। ਵੀ ਇਹਨਾਂ ਦੀ ਜਾਂਚ ਇਨਕੁਆਇਰੀ ਹੋਵੇ, ਵੀ ਜੇ ਕੋਈ ਗਲਤ ਹੋਇਆ ਤਾਂ ਉਸ ਲੋਕਾਂ ਸਾਹਮਣੇ ਲਿਆਂਦਾ ਜਾਵੇ। ਬਿਲਕੁਲ ਇਹੀ ਕਰ ਰਹੇ ਨਾ, ਵੀ ਕਿਤੇ ਸਰਕਾਰ ਸਾਡੀ ਜਾਂਚ ਨਾ ਖੋਲ੍ਹ ਲੇ ਤੇ ਲੋਕ ਉੱਠ ਖੜੇ ਆ। ਹੁਣ ਦੇਖੋ ਤੁਸੀਂ ਇਸ ਇਲਾਕੇ ਦੇ ਹੋ, ਤੁਸੀਂ ਤਕਲੀਫ ਨੂੰ ਸਮਝਦੇ ਹੋ, ਤੁਹਾਨੂੰ ਵੀ ਤੁਹਾਡੇ ਜੈਤੋ ਦੇ ਜਿਹੜੇ ਕੋਈ ਮਰੀਜ਼ ਆ ਤੁਹਾਨੂੰ ਵੀ ਕਰਦੇ ਹੋਣਗੇ ਬਾਈ ਜੀ ਬੁਰਾ ਹਾਲ ਆ, ਸਾਡੀ ਕੋਈ ਮਦਦ ਕਰੋ, ਸੁਣਦਾ ਨਹੀਂਗਾ। ਠੀਕ ਹੈ ਜੀ। ਤੇ ਜਿਹੜੇ ਚੰਡੀਗੜ੍ਹ ਬੈਠੇ ਨੇ ਉਹਨਾਂ ਨੂੰ ਕੀ ਪਤਾ? ਦੋ ਤਰ੍ਹਾਂ ਦੀ ਗੱਲ ਆ ਨਾ, ਇੱਕ ਅਮੀਰ ਲੌਬੀ ਆ ਉਹਦੇ ਲਈ ਵਰਤਾਰਾ ਹੋਰ ਆ ਅਫਸਰਸ਼ਾਹੀ ਦਾ, ਸਧਾਰਨ ਤਬਕੇ ਲਈ ਹੋਰ ਆ। ਅਸੀਂ ਸਧਾਰਨ ਲੋਕ ਹਾਂ, ਅਸੀਂ ਪੀੜੇ ਜਾ ਰਹੇ ਹਾਂ ਉਸ ਦੁੱਖ, ਸਾਡੇ ਲੋਕ ਪੀੜੇ ਜਾ ਰਹੇ ਆ। ਇਸ ਕਰਕੇ ਅਸੀਂ ਤਾਂ ਆਵਾਜ਼ ਉਠਾਉਂਦੇ ਰਵਾਂਗੇ। ਜੇ ਇਹੀ ਵੀਸੀ ਸਾਹਿਬ ਅੱਛਾ ਕੰਮ ਕਰ ਜਾਂਦੇ 1.5 ਸਾਲ ਪਹਿਲਾਂ ਜਦੋਂ ਦੇ ਰੌਲਾ ਪਾ ਰਹੇ, ਕਿੰਨੀਆਂ ਮੀਟਿੰਗਾਂ ਹੋਈਆਂ ਡਿਪਟੀ ਕਮਿਸ਼ਨਰ ਦੀ ਅਗਵਾਈ ਦੇ ਵਿੱਚ, ਐਮਐਲਏ ਸਾਹਿਬਾਨ, ਸਾਰੇ ਸਟਾਫ, ਪੁਲਿਸ, ਸਿਵਲ ਪ੍ਰਸ਼ਾਸਨ, ਸਾਰੇ ਦੀਆਂ ਮੀਟਿੰਗਾਂ ਹੋਈਆਂ। ਜੇ ਇਹ ਦੁਰਪ੍ਰਬੰਧਾਂ ਨੂੰ ਸੁਧਾਰਿਆ ਜਾਂਦਾ ਤੇ ਆਹ ਦਿਨ ਇਹਨਾਂ ਨੂੰ ਨਾ ਦੇਖਣੇ ਪੈਂਦੇ। ਇਹਨਾਂ ਦੇ ਘਤਾਉਣ 'ਚ ਕਿੱਲਾ ਇਹ ਸੀਗਾ ਵੀ ਮੇਰੀ ਤਾਂ ਕੋਈ ਆਵਾਜ਼ ਹੀ ਨਹੀਂ ਝਾਕ ਸਕਦਾ, ਮੇਰੀ ਛਤਰਛਾਇਆ ਉਹ ਹੁਣ ਉਜਾਗਰ ਹੋ ਰਹੀ ਹੈ। ਮੈਂ ਹਮੇਸ਼ਾ ਆਪਣੇ ਸਾਥੀਆਂ ਨੂੰ ਕਹਿੰਦਾ ਹੁੰਦਾ ਸੀ ਵੀ ਭੁਲੇਖੇ 'ਚ ਨਾ ਰਹੋ, ਜਿਹੜੇ ਉੱਪਰਲੀ ਲੌਬੀ ਆ ਉਹ ਅਮੀਰਾਂ ਦੇ ਨਾਲ ਖੜਨੀ ਆ, ਅਫਸਰਸ਼ਾਹੀ ਦੇ ਨਾਲ ਖੜਨੀ ਆ। ਇਹ ਤਾਂ ਕਿਰਤੀ ਲੋਕਾਂ ਦੀ, ਦੁਖੀ ਲੋਕਾਂ ਦੀ, ਸਧਾਰਨ ਪਿੰਡੂ ਜਾਂ ਸ਼ਹਿਰੀ ਲੋਕਾਂ ਦੀ ਲੜਾਈ ਲੋਕਾਂ ਨੂੰ ਆਪ ਲੜਨੀ ਪੈਣੀ ਆ। ਤੇ ਉਹ ਅੱਜ ਜਿਹੜਾ ਸਮਾਂ ਆ ਚੁੱਕਿਆ, ਅੱਜ ਸਾਨੂੰ ਸਾਰਿਆਂ ਨੂੰ ਇਕੱਠੇ ਹੋ ਕੇ ਮੰਤਰੀ ਸਾਹਿਬ ਦੇ ਇਸ ਜਿਹੜਾ ਸੀਗਾ ਮਤਲਬ ਉਹਨਾਂ ਨੂੰ ਇੱਕ ਦੱਸਣ ਦਾ ਤਰੀਕਾ ਉਹ ਬਿਲਕੁਲ ਜਾਇਜ਼ ਸੀਗਾ। ਜਿਹੜੇ ਬੰਦੇ ਨੂੰ ਮੀਟਿੰਗਾਂ ਦੇ ਵਿੱਚ ਸਮਝਣਾ ਪਈ ਹੋਵੇ, ਲਿਖਤੀ ਸਮਝਣਾ ਪਈ ਹੋਵੇ, ਬੇਨਤੀਆਂ ਸਮਝਣਾ ਪਈਆਂ ਹੋਣ, ਫਿਰ ਸਾਰੇ ਜਦੋਂ ਹੀਲੇ ਵਸੀਲੇ ਖਤਮ ਹੋ ਜਾਂਦੇ, ਫਿਰ ਆਹੀ ਹੀਲਾ ਵਸੀਲਾ ਹੁੰਦਾ ਵੀ ਜੇ ਵੀਸੀ ਸਾਹਿਬ ਇਸ ਬੈੱਡ ਤੇ ਤੁਸੀਂ ਪੈ ਕੇ ਦਿਖਾਓਗੇ, ਇਹ ਪੈ ਸਕਦੇ ਹੋ ਪਹਿਲਾ ਸ਼ਬਦ, ਦੂਜਾ ਤੁਸੀਂ ਪੈ ਕੇ ਦਿਖਾਓ। ਜੇ ਉਹ ਸੱਚਾ ਹੁੰਦਾ ਨਾ ਉਹ ਅੜ ਜਾਂਦਾ ਵੀ ਮੈਂ ਇਹਦਾ ਪ੍ਰਬੰਧ ਠੀਕ ਕਰ ਰਿਹਾ ਜੀ, ਮੈਂ ਜਲਦੀ ਕਰ ਦੂੰਗਾ। ਉਹਨੂੰ ਇਹ ਸੀਗਾ ਵੀ ਮੈਂ ਕਿਤੇ ਇੱਥੇ ਅੜ ਕੇ ਕਿਤੇ ਮੇਰੀਆਂ ਕੀਤੇ ਹੋਏ ਗੈਰ ਕਾਨੂੰਨੀ ਕੰਮਾਂ ਦੀ ਕਿਤੇ ਜਾਂਚ ਸ਼ੁਰੂ ਨਾ ਹੋ ਜੇ, ਤੇ ਉਹ ਲਿਫ ਗਿਆ। ਤੇ ਮਗਰੋਂ ਜਿਹੜੇ ਚੱਕਣ ਵਾਲੇ ਲੋਕਾਂ ਨੇ ਉਹਨੂੰ ਪੰਪ ਦੇਤਾ, ਜਿਹੜੇ ਉੱਤੋਂ ਕੰਮ ਲਏ, ਜਿਹਨਾਂ ਨੇ ਗੈਰ ਕਾਨੂੰਨੀ ਜਾਂ ਮਤਲਬ ਜਿਨ੍ਹਾਂ ਨਾਲ ਚਾਹ ਬਹਿ ਕੇ ਪੀਤੀ, ਕਾਜੂ ਖਾਦੇ ਆ। ਤੇ ਇਸ ਕਰਕੇ ਲੋਕਾਂ ਨੂੰ ਇਸ ਵੇਲੇ ਮੰਤਰੀ ਸਾਹਿਬ ਦਾ ਸਾਥ ਦੇਣਾ ਚਾਹੀਦਾ, ਤੇ ਮੈਂ ਤਾਂ ਸਾਥ ਦੇਵਾਂਗਾ। ਮੈਂ ਪਿੰਡੋਂ ਪਿੰਡੀ ਜਾ ਕੇ ਲੋਕਾਂ ਨੂੰ ਬੇਨਤੀ ਕਰੂੰਗਾ, ਵਾਈਸ ਚਾਂਸਲਰ ਉਮਰ 'ਚ ਵੱਡੇ ਨੇ, ਸਤਿਕਾਰਯੋਗ ਨੇ, ਪਰ ਜੋ ਸਾਡੇ ਹਸਪਤਾਲ ਦਾ, ਸਾਡੀ ਯੂਨੀਵਰਸਿਟੀ ਦਾ ਪੱਠਾ ਬਿਠਾਇਆ ਉਹ ਮਾਫ ਕਰਨ ਯੋਗ ਨਹੀਂਗਾ। ਬਹੁਤ ਬਹੁਤ ਧੰਨਵਾਦ ਚੰਦਬਾਜਾ। ਸ਼ੁਕਰੀਆ, ਮਿਹਰਬਾਨੀ। ਤਾਂ ਗੱਲਬਾਤ ਕੀਤੀ ਗੁਰਪ੍ਰੀਤ ਚੰਦਬਾਜਾ ਸਾਡੇ ਨਾਲ ਸਨ, ਕਿਉਂਕਿ ਜ਼ਮੀਨੀ ਹਕੀਕਤ ਉਹੀ ਲੋਕ ਜਾਣਦੇ ਆ ਜੋ ਉੱਥੇ ਵਿਚਰਦੇ ਆ, ਜਿਨ੍ਹਾਂ ਨੇ ਉਹਦੇ ਲਈ ਸੰਘਰਸ਼ ਲੜਿਆ ਲੰਮੇ ਸਮੇਂ ਤੋਂ। ਯੂਨੀਵਰਸਿਟੀ ਨੂੰ ਬਚਾਉਣ ਲਈ, ਕਾਲਜ ਨੂੰ ਬਚਾਉਣ ਲਈ, ਹਸਪਤਾਲ ਨੂੰ ਬਚਾਉਣ ਲਈ ਸੰਘਰਸ਼ ਕਰ ਰਹੇ ਆ। ਲੰਮੇ ਸਮੇਂ ਤੋਂ ਸਰਕਾਰ ਨਾਲ, ਪ੍ਰਬੰਧਕਾਂ ਨਾਲ ਟੱਕਰ ਲੈ ਰਹੇ ਕਿ ਭਾਈ ਆਹ ਹਾਲ ਦੇਖੋ ਤੁਸੀਂ। ਉਹਨਾਂ ਨੇ ਕਿਹਾ ਕਿ ਜੋ ਹੋਇਆ ਉਹ ਸਹੀ ਹੋਇਆ, ਕਿਉਂਕਿ ਉਹ ਕਹਿੰਦੇ ਕੋਈ ਮੰਤਰੀ ਸਾਹਿਬ ਨੇ ਦੁਰਵਿਹਾਰ ਨਹੀਂ ਕੀਤਾ। ਉਹਨਾਂ ਨੇ ਤਾਂ ਜਸਟ ਕਿਹਾ ਕਿ ਜੇ ਮਰੀਜ਼ ਇੱਥੇ ਪੈਸਾ ਦਾ ਤੁਸੀਂ ਪੈ ਕੇ ਦਿਖਾਓ। ਕਹਿੰਦੇ ਜੋ ਸੱਚੇ ਹੁੰਦੇ ਤਾਂ ਉਹ ਕਹਿੰਦੇ ਕਿ ਭਾਈ ਨਹੀਂ, ਅਸੀਂ ਇਹਨਾਂ ਨੂੰ ਠੀਕ ਕਰ ਰਹੇ ਹਾਂ, ਜਿਹੜੀਆਂ ਕਮੀਆਂ ਉਹਨਾਂ ਨੂੰ ਦੂਰ ਕਰ ਰਹੇ ਹਾਂ। ਤਾਂ ਇਸੇ ਲਈ ਅੱਜ ਜਿਹੜਾ ਵਿਹਾਰ ਕੀਤਾ ਉਹ ਤੇ ਜਿਹੜੇ ਬੁੱਧੀਜੀਵੀ ਫੇਸਬੁੱਕੀ ਜਿਹੜੇ ਚੰਡੀਗੜ੍ਹ ਬੈਠ ਕੇ ਇਸ ਤੇ ਵਿਦਵਾਨੀ ਘੋਟ ਰਹੇ ਉਹਨਾਂ ਨੂੰ ਨਹੀਂ ਘੋਟਣੀ ਚਾਹੀਦੀ। ਹਸਪਤਾਲ ਆ ਕੇ ਮਰੀਜ਼ਾਂ ਦਾ ਹਾਲ ਦੇਖਣਾ ਚਾਹੀਦਾ ਹੈ। ਜਿਹੜੇ ਹਜ਼ਾਰਾਂ ਮਰੀਜ਼ ਇਹਨਾਂ ਗੈਰ ਪ੍ਰਬੰਧਾਂ ਦੇ ਕਰਕੇ ਇੱਥੋਂ ਜਾਨ ਗਵਾ ਚੁੱਕੇ ਆ। ਕੈਮਰਾ ਪਰਸਨ ਹਿਮਤਾਜ ਦੇ ਨਾਲ ਮਨਿੰਦਰਜੀਤ ਸਿੱਧੂ, ਲੋਕ ਵਾਈ ਟੀਵੀ।